बाच हर राच बिखे बाच हर राच समझ मन बोरा रे समझ मन बोरा रे समझ मन बोरा रे समझ मन बोरा रे बिखे बाच हर राच बिखे बाच हर राच समझ मन बोरा रे समझ मन बोरा रे संगत जी मैं कथा भी करनी है तो मैं पिछे बोल नहीं सकता, तुहाडे सहयोग की जरूरत है, तुसी पिछे पिछे बोलना है। समझ मन बोरा रे समझ मन बोरा रे बिखे बाच बाच हर राच बिखे बाच हर राच समझ मन बोरा रे समझ मन बोरा रे समझ मन बोरा रे समझ मन बोरा रे निरपै होए न हर पजै निरपै होए न हर पजै मन बोरा रे मन बोरा रे मन बोरा रे मन बोरा रे गहे ओ ना राम जहाज गहे ओ ना राम जहाज गहे ओ ना राम जहाज बिखे बाच हर
ਬਾਚ ਹਰ ਰਾਚ ਵਿਖੇ ਬਾਚ ਹਰ ਰਾਚ ਸਮਝ ਮਨ ਮੋਰਾ ਰੇ ਸਮਝ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਦਿਖੇ ਬਾਚ ਬਾਚ ਹਰ ਰਾਚ ਹਰੇ ਰਾਚ ਸਮਝ ਮਨ ਮੋਰਾ ਰੇ ਸਮਝ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਦਿਖੇ ਬਾਚ ਹਰ ਰਾਚ ਦਿਖੇ ਬਾਚ ਹਰ ਰਾਚ ਬੋਰਾ ਰੇ ਮਨ ਬੋਰਾ ਰੇ ਸਮਝ ਮਨ ਬੋਰਾ ਰੇ ਮਨ ਬੋਰਾ ਰੇ ਸੰਗਤ ਜੀ, ਮੁੱਖ ਤੌਰ ਤੇ 3 ਫਲਸਫੇ ਹਨ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ। ਦਾਸ ਅਕਸਰ ਇਹਨਾਂ 3 ਫਲਸਫਿਆਂ ਦਾ ਜ਼ਿਕਰ ਕਰਦਾ ਹੈ ਕਿਉਂਕਿ ਇਹਨਾਂ 3 ਫਲਸਫਿਆਂ ਨੂੰ ਜੇ ਅਸੀਂ ਫੋਲੋ ਕਰੀਏ ਸਹੀ ਤਰੀਕੇ ਨਾਲ, ਕੋਈ ਵੀ ਸ਼ਬਦ ਹੋਵੇ, ਭਾਵੇਂ ਉਹ ਭਗਤ ਸਾਹਿਬਾਨ ਦਾ ਹੋਵੇ, ਗੁਰੂ ਸਾਹਿਬਾਨ ਦਾ ਹੋਵੇ, ਕੋਈ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹੈ, ਇਹਨਾਂ 3 ਫਲਸਫਿਆਂ ਨੂੰ ਜੇ ਅਸੀਂ ਮੁੱਖ ਰੱਖ ਕੇ ਵਿਚਾਰ ਕਰਦੇ ਹਾਂ ਤੇ ਆਸਾਨੀ ਨਾਲ ਉਹਦੇ ਭਾਵ ਅਰਥਾਂ ਤੱਕ ਪਹੁੰਚ ਸਕਦੇ ਹਾਂ। ਕਿਹੜੇ 3 ਫਲਸਫੇ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ? ਪਹਿਲਾ ਫਲਸਫਾ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ, ਸਿੱਧ ਕਹਿੰਦੇ ਕਿ ਬਾਬਾ ਨਾਨਕ ਜੀ ਕਰੋ ਕਰੀ ਜਾ ਕੇ ਤੁਸੀਂ ਪ੍ਰਚਾਰ ਕਰ ਰਹੇ ਹੋ, ਕਰ ਕਰ ਅੰਦਰ ਧਰਮਸ਼ਾਲ ਬਣਾ ਦਿੱਤੀ ਜੇ ਤੁਸੀਂ, 35,000 ਮੀਲ ਦੀ ਪੈਦਲ ਯਾਤਰਾ ਕਰਕੇ ਕਰੋ ਕਰੀ ਧਰਮ ਦਾ ਬੂਟਾ ਲਾ ਦਿੱਤਾ ਜੇ। ਪਰ ਬਾਬਾ ਨਾਨਕ ਜੀ ਸਿੱਧ ਪੁੱਛਦੇ ਨੇ, ਬਾਬਾ ਨਾਨਕ ਜੀ ਇੱਕ ਗੱਲ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ? ਅਸੀਂ ਕਹਿੰਦੇ ਹਾਂ ਸਾਡਾ ਗੁਰੂ ਗੁਰੂ ਨਾਨਕ ਦੇਵ ਜੀ। ਸਿੱਧ ਪੁੱਛਦੇ ਨੇ, ਬਾਬਾ ਨਾਨਕ ਜੀ ਤੁਹਾਡਾ ਗੁਰੂ ਕੌਣ ਹੈ? ਇਹ ਜਿਹੜੀਆਂ ਪੰਕਤੀਆਂ ਸਿੱਧ ਗੋਸ਼ਟ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਜੇ। ਸਿੱਧ ਪੁੱਛਦੇ ਨੇ ਬਾਬਾ ਨਾਨਕ ਜੀ ਤੋਂ, ਬਾਬਾ ਨਾਨਕ ਜੀ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ? ਬਾਬਾ ਨਾਨਕ ਜੀ ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਬਣਿਆ ਹੋਇਆ ਹੈ? ਅਸੀਂ ਕਿਹਦੇ ਚੱਲੇ ਹਾਂ? ਗੁਰੂ ਨਾਨਕ ਦੇ। ਗੁਰੂ ਨਾਨਕ ਤੋਂ ਪੁੱਛਦੇ ਨੇ ਕਿ ਸਿੱਧ ਪੁੱਛਦੇ ਨੇ ਕਿ ਤੇਰਾ ਗੁਰੂ ਕੌਣ ਹੈ? ਅੱਗੋਂ ਬਾਬਾ ਨਾਨਕ ਜੀ ਪਤਾ ਕੀ ਕਹਿੰਦੇ? ਸਿੱਧੋ ਆਓ ਮੇਰੇ ਕੋਲ ਆ ਕੇ ਬੈਠੋ, ਮੇਰੇ ਕੋਲ ਆ ਕੇ ਬੈਠੋ। ਮੈਂ ਤੁਹਾਨੂੰ ਇੱਕ ਜਿਹੜਾ ਤੁਸੀਂ ਸਵਾਲ ਪੁੱਛਿਆ ਨਾ, ਤੁਹਾਡਾ ਸਵਾਲ ਹੀ ਸਹੀ ਨਹੀਂ ਹੈ। ਤੁਸੀਂ ਇਹ ਨਾ ਕਹੋ ਕਿ ਬਾਬਾ ਨਾਨਕ ਜੀ ਤੇਰੀ ਦੇਹ ਦਾ, ਤੇਰੇ ਸਰੀਰ ਦਾ ਗੁਰੂ ਕੌਣ ਹੈ। ਤੁਸੀਂ ਸਪੈਸੀਫਾਈ ਕਰੋ ਕਿ ਬਾਬਾ ਨਾਨਕ ਜੀ ਤੁਹਾਡੀ ਸੁਰਤ ਦਾ ਗੁਰੂ ਕੌਣ ਹੈ। ਤੇ ਫਿਰ ਮੈਂ ਤੁਹਾਨੂੰ ਦੱਸੂਗਾ ਸ਼ਬਦ ਗੁਰੂ ਸੂਰਤ ਤੁਨ ਚੇਲਾ। ਸਿੱਧੋ ਮੇਰਾ ਗੁਰੂ ਸ਼ਬਦ ਹੈ, ਮੇਰਾ ਨਹੀਂ, ਮੇਰੀ ਸੁਰਤ ਦਾ ਗੁਰੂ। ਸਿੱਖੀਜ਼ਮ ਵਿੱਚ, ਸਾਡੀ ਕੌਮ ਵਿੱਚ ਨਾ ਦੇ ਗੁਰੂ ਹੈ ਨਾ ਚੇਲਾ ਗੁਰੂ ਹੈ। ਧਿਆਨ ਰੱਖਿਆ ਜੀ, ਨਾ ਦੇ ਗੁਰੂ ਹੈ ਨਾ ਚੇਲਾ ਗੁਰੂ ਹੈ। ਸ਼ਬਦ ਗੁਰੂ ਸੂਰਤ ਤੁਨ ਚੇਲਾ। ਗੁਰੂ ਕੌਣ? ਸ਼ਬਦ। ਤੇ ਉਸ ਸ਼ਬਦ ਦੇ ਵਿੱਚ ਸਾਡੀ ਜਿਹੜੀ ਸੁਰਤ ਹੈ ਉਹ ਚੇਲਾ ਬਣ ਕੇ ਸ਼ਬਦ ਨੂੰ ਫੋਲੋ ਕਰੇਗੀ। ਸ਼ਬਦ ਗੁਰੂ ਸੁਰਤ ਤੁਨ ਚੇਲਾ। ਪਹਿਲਾ ਫਲਸਫਾ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ ਕਿ ਸਿੱਖਾ ਤੇਰਾ ਗੁਰੂ ਸ਼ਬਦ ਹੈ। ਦੂਸਰਾ ਫਲਸਫਾ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ,
सतगुर नो सब को देखदा, जेता जगत संसार, डिठै मुकत ना होवई, जिचर शब्द ना करे विचार। ਅਸੀਂ ਗੁਰਦੁਆਰੇ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਪਰਿਕਰਮਾ ਕਰਕੇ ਕਰੋ ਕਰੀ ਚਲੇ ਜਾਂਦੇ ਹਾਂ। ਅਸੀਂ ਗੁਰਦੁਆਰੇ ਆਉਂਦੇ ਹਾਂ, ਕਈ ਇਸ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ, ਗੁਰਦੁਆਰੇ ਆਉਂਦੇ ਨੇ, ਮੱਥਾ ਟੇਕਦੇ ਨੇ, ਤਾਬਿਆਂ ਤੇ ਬੈਠਦੇ ਨੇ ਤੇ ਰੁਮਾਲਾ ਸਾਹਿਬ ਚੁੱਕ ਕੇ ਅੰਕਾਂ ਦੇ ਦਰਸ਼ਨ ਕਰਕੇ ਪਰਿਕਰਮਾ ਕਰਕੇ ਕਰੋ ਕਰੀ ਚਲੇ ਜਾਂਦੇ। ਕਹਿੰਦੇ ਇਹੋ ਜੇ ਸਤਿਗੁਰ ਨੂੰ ਸਭ ਕੋ ਦੇਖਦਾ। ਕਈ ਨੰਗੇ ਪੈਰੀ ਵੀ ਆ ਜਾਂਦੇ ਨੇ, ਚਾਲੀਸੇ ਕੱਟਦੇ ਨੇ, ਫਿਰ ਪਰਿਕਰਮਾ ਕਰਦੇ ਨੇ ਤੇ ਕਰੋ ਕਰੀ ਚਲੇ ਜਾਂਦੇ ਨੇ। ਕਹਿੰਦੇ ਇਹੋ ਜਿਹੇ ਖੋਤੀ ਕਰਮ ਕਾਂਡ ਕਰ ਕਰਕੇ ਸਤਿਗੁਰ ਨੂੰ ਮੈਂ ਜਾਂ ਤੁਸੀਂ ਨਹੀਂ, ਸਮੁੱਚਾ ਸੰਸਾਰ ਹੀ ਵੇਖਣ ਦਾ ਦਾਵਾ ਕਰ ਰਿਹਾ ਹੈ। ਇਹ ਗੱਲਾਂ ਮੈਂ ਨਹੀਂ ਕਰ ਰਿਹਾ, ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਨੇ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਮੈਂ ਜਾਂ ਤੁਸੀਂ ਨਹੀਂ, ਅਸੀਂ ਸਾਰੇ ਹੀ ਸਤਿਗੁਰ ਨੂੰ ਇਹੋ ਜਿਹੇ ਖੋਤੀ ਕਰਮ ਕਾਂਡ ਕਰ ਕਰਕੇ ਵੇਖਣ ਦਾ ਦਾਵਾ ਕਰਦੇ ਹਾਂ। ਜੇਤਾ ਜਗਤ ਸੰਸਾਰ, ਪਰ ਬਾਬਾ ਨਾਨਕ ਜੀ ਕੀ ਕਹਿੰਦੇ ਨੇ? ਡਿਠੈ ਮੁਕਤ ਨਾ ਹੋਵਈ, ਤੈਨੂੰ ਮੁਕਤੀ ਨਹੀਂ ਮਿਲਣੀ ਸਿੱਖਾ। ਮੁਕਤੀ ਕਿੱਥੋਂ? ਇੱਥੇ ਵੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਮੁਕਤੀ ਕਿੱਥੋਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਡਿਠੈ ਮੁਕਤ ਨਾ ਹੋਵਈ, ਇਹੋ ਜਿਹਾ ਖੋਤੀ ਕਰਮ ਕਾਂਡ ਕਰ ਕਰਕੇ ਸਿੱਖਾ ਤੈਨੂੰ ਮੁਕਤੀ ਨਹੀਂ ਮਿਲਣੀ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਿੰਨੇ ਚਿਰ ਤੱਕ ਸਿੱਖਾ ਤੂੰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਹਨੇ ਚਿਰ ਤੱਕ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਕਰਦੇ ਰਹਿਣਗੇ। ਤੇਰੀ ਜ਼ਿੰਦਗੀ ਕਦੀ ਵੀ ਚੜ੍ਹਦੀ ਕਲਾ ਵਾਲੀ ਨਹੀਂ ਬਣ ਪਾਏਗੀ। ਸੋ ਦੂਸਰਾ ਫਲਸਫਾ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ, ਸਭ ਤੇ ਉੱਤਮ ਗੁਰ ਸ਼ਬਦ ਵਿਚਾਰ। ਸਭ ਤੋਂ ਉੱਤਮ ਬਾਤ ਹੈ ਸਿੱਖਾ, ਤੂੰ ਸ਼ਬਦ ਦੀ ਵਿਚਾਰ ਕਰਿਆ ਕਰ। ਪਹਿਲਾ ਫਲਸਫਾ ਕੀ ਸੀ ਸੰਗਤ ਜੀ? ਸਾਡਾ ਗੁਰੂ ਸ਼ਬਦ ਹੈ। ਦੂਸਰਾ ਫਲਸਫਾ ਕੀ ਹੈ ਸੰਗਤ ਜੀ? ਅਸੀਂ ਕਰਨੀ ਹੈ ਸ਼ਬਦ ਦੀ ਵਿਚਾਰ। ਹੁਣ ਸਵਾਲ ਪੈਦਾ ਹੁੰਦਾ, ਠੀਕ ਹੈ ਗੁਰੂ ਸਾਹਿਬ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ, ਪਰ ਇਹ ਵੀ ਦੱਸ ਦਿਓ ਸ਼ਬਦ ਦੀ ਵਿਚਾਰ ਕਰਨੀ ਕਿਵੇਂ ਹੈ? ਗੁਰ ਕੀ ਬਾਣੀ ਗੁਰ ਤੇ ਜਾਤੀ। ਬਾਬਾ ਨਾਨਕ ਜੀ ਕਹਿੰਦੇ ਤੂੰ ਇਸ ਚੀਜ਼ ਦੀ ਵੀ ਟੈਨਸ਼ਨ ਨਾ ਲੈ ਸਿੱਖਾ, ਇਹ ਵੀ ਮੈਂ ਤੈਨੂੰ ਦੱਸ ਕੇ ਜਾਣਾ ਕਿ ਸ਼ਬਦ ਦੀ ਵਿਚਾਰ ਕਰਨੀ ਕਿਵੇਂ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ। ਅੰਕ ਨੰਬਰ 10 ਤੇ ਕੋਈ ਸ਼ਬਦ ਵਿਰਾਜਮਾਨ ਹੈ, ਤੈਨੂੰ ਉਹਦੇ ਅਰਥ ਸਮਝ ਨਹੀਂ ਆ ਰਹੇ, ਸਿੱਖਾ ਇੰਤਜ਼ਾਰ ਕਰੀ। 1420 ਅੰਕਾਂ ਦੀ ਬਾਣੀ ਹੋਰ ਪਈ ਹੈ। ਗੁਰਬਾਣੀ ਇਸ ਤਰੀਕੇ ਨਾਲ ਉਚਾਰਨ ਕੀਤੀ ਗਈ ਹੈ। ਗੁਰਬਾਣੀ ਵਿੱਚ ਖੁਦ ਸਵਾਲ ਪੁੱਛੇ ਗਏ ਨੇ ਤੇ ਗੁਰਬਾਣੀ ਵਿੱਚੋਂ ਖੁਦ ਹੀ ਜਵਾਬ ਮਿਲ ਜਾਂਦੇ ਹੈ। ਇਸ ਤਰੀਕੇ ਨਾਲ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਗਈ ਹੈ। ਤੀਸਰਾ ਫਲਸਫਾ ਜਿਸ ਨਾਲ ਬਾਬਾ ਨਾਨਕ ਜੀ ਸਾਨੂੰ ਜੋੜ ਕਰ ਗਏ, ਸਿੱਖਾ ਤੂੰ ਸ਼ਬਦ ਦੀ ਵਿਚਾਰ ਗੁਰਬਾਣੀ ਨੂੰ। ਸਿੰਪਲ ਜਿਹਾ ਇੱਕ ਮੈਂ ਦੁਨਿਆਵੀ ਐਗਜ਼ਾਮਪਲ ਲੈਣਾ। ਇੱਕ ਮੈਥਮੈਟਿਕਸ ਦਾ ਸਵਾਲ ਹੈ, ਮੈਥਮੈਟਿਕਸ ਦਾ ਸਵਾਲ ਹੈ ਤੇ ਉਹਦਾ ਜਵਾਬ ਮੈਨੂੰ ਨਹੀਂ ਮਿਲਦਾ ਪਿਆ, ਮੈਨੂੰ ਸਮਝ ਨਹੀਂ ਆਉਂਦਾ ਪਿਆ ਕਿ ਇਹ ਸਵਾਲ ਮੈਂ ਕਿਵੇਂ ਸੋਲਵ ਕਰਾਂ। ਤੇ ਮੈਂ ਕੀ ਬਾਇਓਲੋਜੀ ਦੀ ਬੁੱਕ ਚੱਕ ਲਾਂਗਾ, ਕਿ ਮੈਂ ਫਿਜ਼ਿਕਸ ਚੱਕ ਲਾਂਗਾ? ਨਹੀਂ, ਮੈਥ ਦਾ ਸਵਾਲ ਮੇਰਾ ਬੇਸਿਕ ਵੀਕ ਹੈ, ਅੱਗੇ ਪਿੱਛੇ ਇੱਕ ਐਕਸਰਸਾਈਜ਼ ਕਰ ਤੇਰਾ ਸਵਾਲ ਸੋਲਵ ਹੋ ਜਾਏਗਾ, ਲੇਕਿਨ ਮੈਥਮੈਟਿਕਸ ਦੇ ਵਿੱਚੋਂ ਹੀ ਮਿਲਣਾ ਹੈ। ਅਗਰ ਕੋਈ ਗੱਲ ਸਮਝ ਨਹੀਂ ਆ ਰਹੀ, ਕੋਈ ਹੋਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕੋਈ ਹੋਰ ਗ੍ਰੰਥ ਨਾ ਚੱਕੋ, ਸਿਰਫ ਤੇ ਸਿਰਫ ਗੁਰਬਾਣੀ ਨੂੰ ਸਮਝਣਾ ਹੈ ਤੇ ਗੁਰਬਾਣੀ ਵਿੱਚੋਂ ਹੀ ਸਮਝੋ। ਗੁਰ ਕੀ ਬਾਣੀ ਗੁਰ ਤੇ ਜਾਤੀ। ਮੇਰਾ ਕੋਈ ਦਾਵਾ ਨਹੀਂ, ਮੈਂ ਤਾਂ ਜੋ ਗੁਰਬਾਣੀ ਵਿੱਚ ਲਿਖਿਆ ਤੁਹਾਨੂੰ ਦੱਸ ਰਿਹਾ। ਪਹਿਲਾ ਫਲਸਫਾ ਸਾਡਾ ਗੁਰੂ, ਬੋਲੋ ਸੰਗਤ ਜੀ, ਪਹਿਲਾ ਫਲਸਫਾ ਸਾਡਾ ਗੁਰੂ। ਤੇ ਅੱਜ ਤੋਂ ਬਾਅਦ ਜਾਓਗੇ ਸ਼ਬਦ ਨੂੰ ਛੱਡ ਕੇ? ਆਪ ਹੀ ਆਖਿਆ ਜੇ ਤੁਸੀਂ। ਪਹਿਲਾ ਫਲਸਫਾ ਸਾਡਾ ਗੁਰੂ ਤੇ ਦੂਸਰਾ ਫਲਸਫਾ ਅਸੀਂ ਕਰਨੀ ਹੈ ਸ਼ਬਦ ਦੀ। ਤੇ ਸ਼ਬਦ ਦੀ ਵਿਚਾਰ ਕਿਵੇਂ ਕਰਨੀ ਹੈ? ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਸਮਝਦੇ ਹੋਏ। ਸੋ ਇਹਨਾਂ ਤਿੰਨ ਫਲਸਫਿਆਂ ਨੂੰ ਅਸੀਂ ਮੁੱਖ ਰੱਖਦੇ ਹੋਏ ਅੱਜ ਦੀ ਸ਼ਬਦ ਦੀ ਵਿਚਾਰ ਕਰਨੀ ਹੈ। ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਹੀ ਸਮਝਾਂਗੇ।
ਇਹ ਜਿੰਨੇ ਵੀ ਸ਼ਬਦ ਹੈਗੇ ਆ, ਅਸੀਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਆ ਜਿਹੜੀਆਂ ਬਾਤਾਂ ਮੈਂ ਕਹਿ ਰਿਹਾ ਸਾਰੀਆਂ ਮੈਂ ਕਿੱਥੋਂ ਪੜ੍ਹੀਆਂ ਥੋੜੀਆਂ, ਬਸ ਸਹਿਜ ਪਾਠ ਕਰਦੇ ਕਰਦੇ ਮੈਨੂੰ ਪਤਾ ਲੱਗੀਆਂ। ਅਸੀਂ ਮੱਥਾ ਟੇਕ ਕੇ ਚਲੇ ਜਾਂਦੇ ਹਾਂ, ਸਹਿਜ ਪਾਠ ਕਿਉਂ ਨਹੀਂ ਕਰਦੇ? ਜਾਂ ਮੈਂ ਕਿਸੇ ਪ੍ਰੋਫੈਸਰ ਨੂੰ, ਜਾਂ ਮੈਂ ਕਿਸੇ ਬਾਬੇ ਨੂੰ, ਜਾਂ ਮੈਂ ਕਿਸੇ ਸੰਤ ਨੂੰ ਸੁਣਿਆ? ਨਾ ਜੀ ਨਾ, ਅਸੀਂ ਤਾਂ ਸਹਿਜ ਪਾਠ ਕੀਤਾ। ਆ ਸਿੰਪਲ ਜੀਆਂ ਬਾਤਾਂ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਗਰ ਅਸੀਂ ਪੜ੍ਹੀਏ ਸਾਨੂੰ ਸਮਝ ਨਹੀਂ ਆ ਸਕਦੀ। ਗੁਰ ਕੀ ਬਾਣੀ ਗੁਰ ਤੇ ਜਾਤੀ ਸਾਨੂੰ ਸਮਝ ਨਹੀਂ ਆ ਸਕਦੀ। ਸਭ ਤੇ ਉੱਤਮ ਗੁਰ ਸ਼ਬਦ ਵਿਚਾਰ ਸਾਨੂੰ ਸਮਝ ਨਹੀਂ ਆ ਸਕਦੀ। ਪਾਠ ਕਰੀਏ ਤਾਂ ਸਮਝ ਆਏਗੀ ਨਾ। ਸਾਨੂੰ ਜਾਂ ਤਾਂ ਗਿਣਤੀਆਂ ਮਿੰਤੀਆਂ ਵਾਲੇ ਪਾਸੇ ਲਾਤਾ ਜੀ, ਸੁਖਮਨੀ ਸਾਹਿਬ ਦੇ 31 ਪਾਠ ਕਰ ਲਓ, ਲਗਾਤਾਰ ਕਰੀ ਜਾਓ। ਉਹ 31 ਪਾਠ ਅਗਰ ਮੈਂ 1.5 ਘੰਟਾ ਲੱਗਦਾ ਹੈ ਇੱਕ ਸੁਖਮਨੀ ਸਾਹਿਬ ਦੇ ਪਾਠ ਕਰਨ ਨੂੰ, ਅਗਰ ਮੈਨੂੰ ਕਹਤਾ 31 ਪਾਠ ਤੂੰ ਰੋਜ਼ ਕਰਨੇ ਆ, 24 ਘੰਟੇ ਤਾਂ ਮੇਰੇ ਵੈਸੇ ਹੀ ਟੱਪ ਜਾਣੇ, ਘਰ ਦੇ ਵੀ ਕੰਮ ਕਰਨੇ ਆ, ਤੇ ਮੈਂ ਵਿਚਾਰ ਕਦੋਂ ਕਰੂੰਗਾ? ਕਰ ਹੀ ਨਹੀਂ ਸਕਦਾ, ਟਾਈਮ ਹੀ ਨਹੀਂ ਹੈਗਾ। ਤੇ ਗੁਰੂ ਇੱਕ ਪਾਠ ਕਰ ਲਓ। ਅਗਰ ਤੁਸੀਂ ਇੱਕ ਪਾਠ ਵਿਚਾਰ ਕੇ ਕਰ ਸਕਦੇ ਹੋ, ਤੁਸੀਂ ਅਗਰ ਦੋ ਪਾਠ ਵਿਚਾਰ ਕੇ ਕਰ ਸਕਦੇ ਹੋ, ਅਗਰ ਤੁਸੀਂ 31 ਪਾਠ ਵਿਚਾਰ ਕੇ ਕਰ ਸਕਦੇ ਹੋ, ਜੀ ਆਇਆਂ ਨੂੰ ਜ਼ਰੂਰ ਕਰੋ। ਪਰ ਇਹ ਪੋਸੀਬਲ ਨਹੀਂ ਹੈ। ਸੋ ਅੱਜ ਆਪਾਂ ਇਹਨਾਂ ਤਿੰਨਾਂ ਫਲਸਫਿਆਂ ਦਾ ਇਸਤੇਮਾਲ ਕਰਦੇ ਹੋਏ ਅੱਜ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਰਾਹਾਉ ਵਾਲੀ ਪੰਕਤੀ ਕੀ ਹੈ ਸੰਗਤ ਜੀ? ਵਿਖੈ ਬਾਚ ਹਰ ਰਾਚ, ਸਮਝ ਮਨ ਬੋਰਾ ਰੇ। ਵਿਖੈ ਬਾਚ ਹਰ ਰਾਚ। ਆਓ ਇੱਕ ਵਾਰੀ ਸੰਗਤੀ ਰੂਪ ਵਿੱਚ ਦੁਬਾਰਾ ਪੜ੍ਹੀਏ। ਹਰ ਰਾਚ ਵਿਖੇ ਬਾਚ, ਹਰ ਰਾਚ ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਮਨ ਬੋਰਾ ਰੇ। ਬੋਰਾ ਕਿਹਨੂੰ ਕਹਿੰਦੇ ਨੇ? ਹੇ ਪਾਗਲ ਮਨਾ, ਵਿਖੈ ਬਾਚ। ਵਿਖ ਕੀ ਹੈ? ਵਿਸ਼ੇ ਵਿਕਾਰ। ਵਿਖ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਵਿਖੈ ਬਾਚ, ਇਹਨਾਂ ਪੰਜਾਂ ਵਿਕਾਰਾਂ ਤੋਂ ਬਚ ਜਾ। ਸਿੱਧੇ ਸਿੱਧੇ ਸਰਲ ਅਰਥ। ਵਿਖੈ ਬਾਚ, ਵਿਖ ਕੀ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਵੈਰੀ, ਇਹਨਾਂ ਤੋਂ ਬਚ ਜਾ। ਹਰ ਰਾਜ, ਹਰੀ ਦੇ ਨਾਮ ਨਾਲ ਇੱਕ ਮਿਕ ਹੋ ਜਾ। ਹਰੀ ਦਾ ਨਾਮ ਕੀ? ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰਬਾਣੀ ਵਿੱਚੋਂ ਸਮਝਦੇ ਹਾਂ। ਹਰੀ ਦਾ ਨਾਮ ਕੀ? ਇੱਥੇ ਕਬੀਰ ਸਾਹਿਬ ਕਹਿ ਰਹੇ ਨੇ ਵਿਕਾਰਾਂ ਤੋਂ ਬਚ ਜਾ ਤੇ ਪਰਮਾਤਮਾ ਦੇ ਹਰੀ ਦੇ ਨਾਮ ਨਾਲ ਇੱਕ ਮਿਕ ਹੋ ਜਾ। ਹੁਣ ਹਰੀ ਦਾ ਨਾਮ ਕੀ ਹੈ? ਇੱਥੇ ਵੀ ਬੜੇ ਪੰਬਲ ਪੁੱਸੇ ਪਾਏ ਨੇ। ਅਸੀਂ ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਨਹੀਂ ਸਮਝਦੇ, ਇਸ ਕਰਕੇ ਜਪ ਬਾਣੀ ਰੋਜ਼ ਪੜ੍ਹਦੇ ਹਾਂ ਅਸੀਂ, ਲੇਕਿਨ ਸਮਝਿਆ ਨਹੀਂ। ਅਸੀਂ ਜਪ ਬਾਣੀ ਵਿੱਚ ਪੜ੍ਹਦੇ ਹਾਂ, ਵਿਨ ਗੁਣ ਕੀਤੇ ਭਗਤ ਨਾ ਹੋਏ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਛੋਟੀ ਈ ਦੀ ਮਾਤਰਾ ਹੈ। ਜਦੋਂ ਇਹਦੇ ਅਰਥ ਕਰਾਂਗੇ ਇਹਨੂੰ ਕਵਾਂਗੇ ਭਗਤੀ। ਵਿਨ ਗੁਣ ਕੀਤੇ ਭਗਤ ਨਾ ਹੋਏ, ਬਿਨਾ ਗੁਨਾ ਦੇ ਤਾਰਨੀ ਹੋਇਆ ਭਗਤੀ ਕੀਤੀ ਜਾ ਹੀ ਨਹੀਂ ਸਕਦੀ। ਸੋ ਭਗਤੀ ਕਰਨ ਤੋਂ ਭਾਵ ਗੁਨਾ ਦਾ ਤਾਰਨੀ ਹੋਣਾ। ਗੁਣ ਕਿਹੜੇ? ਦਇਆ ਧਰਮ ਧੀਰਜ ਸਤ ਸੰਤੋਖ। ਇੱਥੇ ਫਿਰ ਕਬੀਰ ਸਾਹਿਬ ਕੀ ਕਹਿ ਰਹੇ ਨੇ? ਵਿਖੈ ਬਾਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾ। ਹਰ ਰਾਚ, ਹਰੀ ਨਾਲ ਇੱਕ ਮਿਕ ਹੋ ਜਾ, ਭਾਵ ਗੁਨਾ ਦਾ ਤਾਰਨੀ ਹੋ ਜਾ। ਆਪਣੀ ਮਤ ਸੁਰਤ ਦੇ ਵਿੱਚ ਦਇਆ ਧਰਮ ਧੀਰਜ ਸਤ ਸੰਤੋਖ ਰੂਪੀ ਗੁਣ ਵਸਾ ਲੈ। ਵਿਖੈ ਬਾਚ ਹਰ ਰਾਚ, ਸਮਝ ਮਨ ਭੋਰਾ ਰੇ। हे ਪਾਗਲ ਮਨਾ, ਮੰਨ ਜਾ ਮੇਰੀ ਗੱਲ। ਲੇਕਿਨ ਬੰਦਾ ਕੀ ਕਰ ਰਿਹਾ? ਨਿਰਭੈ ਹੋਏ ਨਾ ਹਰ ਭਜੇ ਮਨ ਭੋਰਾ ਰੇ, ਗਇਓ ਨਾ ਰਾਮ ਜਹਾਜ। ਪਰ ਬੰਦਾ ਰਾਮ ਦੇ ਜਹਾਜ਼ ਤੇ ਤੁਰਿਆ ਹੀ ਨਹੀਂ, ਉਹ ਰਸਤੇ ਤੇ ਤੁਰਿਆ ਹੀ ਨਹੀਂ ਜਿਹੜੇ ਰਸਤੇ ਤੇ ਤੁਰ ਕੇ ਉਹਦੀ ਸੁਰਤ ਨੇ ਗੁਨਾਹ ਦਾ ਤਾਰਨੀ ਹੋਣਾ ਸੀ। ਨਿਰਭੈ ਹੋਏ ਨਾ ਹਰ ਭਜੇ। ਬੰਦਾ ਤਾਂ ਸੋਚਦਾ ਰਿਹਾ ਕਿ ਅਗਰ ਮੈਂ ਸੱਚੇ ਰਸਤੇ ਤੁਰ ਪਿਆ ਤੇ ਮੈਨੂੰ ਠੱਗੀ ਛੱਡਣੀ ਪਏਗੀ। ਮੈਂ ਤਾਂ ਲੋਕਾਂ ਦੀਆਂ ਦਸਾਂ ਨੌਆਂ ਦੀ ਕਿਰਤ ਕਮਾਈ ਹੜਪ ਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ, ਉਹ ਸਭ ਮੈਨੂੰ ਛੱਡਣਾ ਪਏਗਾ। ਕਿ ਅਗਰ ਮੈਂ ਗੁਨਾਹ ਦਾ ਤਾਰਨੀ ਹੋ ਗਿਆ ਮੈਨੂੰ ਠੱਗੀ ਮਾਰਨੀ ਛੱਡਣੀ ਪਏਗੀ, ਮੈਨੂੰ ਆਪਣਾ ਕਿਰਦਾਰ ਉੱਚਾ ਸੁੱਚਾ ਕਰਨਾ ਪਏਗਾ। ਪਰ ਮੈਂ ਤਾਂ ਦੋ ਛਿਲੜਾ ਕਰਕੇ ਆਪਣਾ ਕਿਰਦਾਰ ਗਿਰਵੀ ਰੱਖੀ ਬੈਠਾ ਹਾਂ। ਮੈਂ ਤਾਂ ਇੱਕ ਛੋਟਾ ਮੋਟਾ ਆਪਣਾ ਕੰਮ ਕਰਵਾਉਣ ਪਿੱਛੇ ਆਪਣਾ ਕਿਰਦਾਰ ਵੇਚ ਦੇਣਾ ਹਾਂ।
ਕਿ ਮੈਂ ਅਗਰ ਗੁਨਾਹ ਦਾ ਤਾਰਨੀ ਹੋ ਗਿਆ ਤੇ ਫਿਰ ਮੈਂ ਇਹ ਸਭ ਚੀਜ਼ਾਂ ਕਿਵੇਂ ਕਰਾਂਗਾ। ਇਸੇ ਕਰਕੇ ਇਹ ਪਾਗਲ ਮਨਾ, ਤੂੰ ਤਾਂ ਰਾਮ ਦੇ ਜਹਾਜ਼ ਤੇ ਚੜਿਆ ਹੀ ਨਹੀਂ, ਕਿਉਂਕਿ ਤੂੰ ਤਾਂ ਇਹੀ ਸਭ ਗੱਲਾਂ ਦੇ ਵਿੱਚ ਡਰਦਾ ਰਿਹਾ ਕਿ ਅਗਰ ਮੈਂ ਰਾਮ ਦੇ ਜਹਾਜ਼ ਤੇ ਚੜ ਗਿਆ ਮੈਨੂੰ ਤਾਂ ਸਭ ਕੁਝ ਛੱਡਣਾ ਪੈਣਾ ਹੈ ਜੋ ਮੈਂ ਗਲਤ ਤਰੀਕੇ ਨਾਲ ਆਪਣੇ ਜੀਵਨ ਦੇ ਵਿੱਚ ਕਰ ਰਿਹਾ ਹਾਂ। ਸੋ ਰਾਹੋ ਵਾਲੀ ਪੰਕਤੀ ਵਿੱਚ ਕਬੀਰ ਸਾਹਿਬ ਕਹਿ ਰਹੇ ਨੇ, ਵਿਕਾਰਾਂ ਤੋਂ ਬਚ ਜਾ, ਗੁਨਾਹ ਦਾ ਧਾਰਨੀ ਹੋ ਜਾ। ਤੇ ਹੁਣ ਪੰਕਤੀ ਬਾਏ ਪੰਕਤੀ, ਰਾਹੋ ਵਾਲੀ ਪੰਕਤੀ ਸੰਗਤ ਜੀ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਕੇਂਦਰੀ ਭਾਵ ਤੋਂ ਸਾਨੂੰ ਕੀ ਪਤਾ ਲੱਗਿਆ? ਵਿਕਾਰਾਂ ਤੋਂ ਬਚਣਾ ਹੈ ਤੇ ਗੁਨਾਹ ਦਾ ਧਾਰਨੀ ਹੋਣਾ ਹੈ। ਹੁਣ ਬਾਕੀ ਸ਼ਬਦ ਦੇ ਵਿੱਚ ਕਬੀਰ ਸਾਹਿਬ ਦੱਸਣਗੇ ਸਾਨੂੰ ਕਿ ਜਿਹੜਾ ਵਿਕਾਰਾਂ ਨੂੰ ਨਹੀਂ ਛੱਡਦਾ ਉਹਦਾ ਜੀਵਨ ਕਿਵੇਂ ਜਾ ਬੀਤਦਾ ਹੈ। ਤੇ ਆਖਿਰ ਵਿੱਚ ਕਬੀਰ ਸਾਹਿਬ ਸਾਨੂੰ ਦੱਸਣਗੇ ਅਸਲ ਵਿੱਚ ਗੁਨਾਹ ਦਾ ਧਾਰਨੀ ਹੋਣਾ ਕਿਵੇਂ ਹੈ। ਪੂਰਾ ਪੈਕੇਜ ਹੈ ਹਰ ਸ਼ਬਦ, ਹਰ ਖੁਦ ਸਵਾਲ ਕਰਦੇ ਨੇ, ਖੁਦ ਜਵਾਬ। ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਮਾਧੋ ਦਾਸ ਬੈਰਾਗੀ ਤੋਂ ਅੱਜ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਬਣ ਸਕਦੇ ਹਾਂ। ਇੰਨਾ ਇਨਕਲਾਬੀ ਸ਼ਬਦ, ਇੰਨੀ ਇਨਕਲਾਬੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਤ ਜੀ ਵਿਰਾਜਮਾਨ ਹੈ। ਹੁਣ ਪਹਿਲੀ ਪੰਕਤੀ ਵਿੱਚ ਕੀ ਕਹਿੰਦੇ ਨੇ ਕਬੀਰ ਸਾਹਿਬ? ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗੱਜ ਬਸ ਪਰੇ, ਮਨ ਬੋਰਾ ਰੇ ਅੰਕਸ਼ ਸਯੋ ਸ਼ੀਸ਼। ਹਾਥੀ ਨੂੰ ਪਕੜਨ ਵਾਸਤੇ ਸ਼ਿਕਾਰੀ ਕੀ ਕਰਦਾ ਹੈ? ਇੱਕ ਖੱਡਾ ਖੋਦਦਾ ਹੈ। ਬਹੁਤ ਪਿਆਰੇ ਐਗਜ਼ਾਮਪਲ, ਸ਼ਿਕਾਰੀ ਹਾਥੀ ਨੂੰ, ਇੰਨਾ ਤਾਕਤਵਰ ਹਾਥੀ, ਉਹਨੂੰ ਪਕੜਨ ਵਾਸਤੇ ਕਬੀਰ ਸਾਹਿਬ ਕਹਿੰਦੇ ਸ਼ਿਕਾਰੀ ਕੀ ਕਰਦਾ ਹੈ? ਇੱਕ ਖੱਡਾ ਖੋਦਦਾ ਹੈ ਤੇ ਉਸ ਖੱਡੇ ਨੂੰ ਪੱਤਿਆਂ ਨਾਲ ਭਰ ਦਿੰਦਾ ਹੈ ਤੇ ਉਹਦੇ ਉੱਪਰ ਇੱਕ ਕਾਲਬੂਤ ਕੀ ਹਸਤਨੀ, ਕਾਗਜ਼ ਦੀ ਹਥਨੀ, ਫੀਮੇਲ ਹਾਥੀ, ਹਥਨੀ, ਕਾਗਜ਼ ਦੀ ਹਥਨੀ ਬਣਾ ਕੇ, ਕਾਗਜ਼ ਦਾ ਟਾਂਚਾ ਹਥਨੀ ਰੂਪ ਦੇ ਵਿੱਚ ਬਣਾ ਕੇ ਉਸ ਖੱਡੇ ਦੇ ਉੱਪਰ ਖੜਾ ਕਰ ਦਿੰਦਾ। ਤੇ ਕਾਮ ਵਾਸ਼ਨਾ ਦੇ ਵਿੱਚ ਲਿਪਤ ਹੋਇਆ ਹਾਥੀ, ਉਹਨੂੰ ਇਹ ਨਹੀਂ ਪਤਾ ਕਿ ਅੱਗੇ ਖੱਡਾ ਹੈ। ਕਾਮ ਵਾਸ਼ਨਾ ਦੇ ਵਿੱਚ ਗ੍ਰਸਤ ਹੋਇਆ ਹਾਥੀ ਉਹ ਕੀ ਕਰਦਾ ਹੈ? ਉਹ ਦੇਖਦਾ ਉੱਤੇ ਤਾਂ ਹਥਨੀ ਖੜੀ ਹੈ, ਕਾਮ ਵਾਸ਼ਨਾ ਵਿੱਚ ਲਿਪਤ ਹੋਇਆ ਹਥਨੀ ਦੇ ਵੱਲ ਤੁਰਦਾ ਹੈ। ਜਿਵੇਂ ਹੀ ਉਸ ਖੱਡੇ ਤੇ ਪੈਰ ਰੱਖਦਾ ਹੈ ਤੇ ਉਹ ਹਾਥੀ ਉਸ ਖੱਡੇ ਦੇ ਵਿੱਚ ਗਿਰ ਜਾਂਦਾ ਹੈ। ਸ਼ਿਕਾਰੀ ਉਹਨੂੰ 2-3 ਦਿਨਾਂ ਤੱਕ ਭੁੱਖਾ ਪਿਆਸਾ ਰੱਖਦਾ ਹੈ, ਫਿਰ ਡੰਡੇ ਮਾਰ ਕੇ ਉਸ ਹਾਥੀ ਨੂੰ ਉਸ ਖੱਡੇ ਦੇ ਵਿੱਚੋਂ ਬਾਹਰ ਕੱਢਦਾ ਹੈ। ਤੇ ਨੇਚਰ ਨੇ ਹਾਥੀ ਦਾ ਦਿਮਾਗ, ਹਾਥੀ ਦੀ ਸੁਰਤ ਇਸ ਤਰੀਕੇ ਨਾਲ ਬਣਾਈ ਹੈ ਕਿ ਉਹ ਭੁੱਖਾ ਪਿਆਸਾ ਜ਼ਿਆਦਾ ਚਿਰ ਤੱਕ ਅਗਰ ਰਹੇ ਤੇ ਉਹ ਸਾਹਮਣੇ ਵਾਲੇ ਦੀ ਗੁਲਾਮੀ ਕਬੂਲ ਕਰ ਲੈਂਦਾ ਹੈ। ਕਬੀਰ ਸਾਹਿਬ ਕਹਿੰਦੇ, ਓਏ ਹਾਥੀ, ਓਏ ਕੀ ਬਣੀ ਤੇਰੇ ਨਾਲ? ਉਹ ਕੀ ਬਣੀ ਤੇਰੇ ਨਾਲ ਜਦੋਂ ਤੂੰ ਆਜ਼ਾਦ ਸੈਂ, ਜਦੋਂ ਤੂੰ ਜੰਗਲ ਵਿੱਚ ਆਜ਼ਾਦ ਸੈਂ। ਤੂੰ ਇੰਨੇ ਵੱਡੇ ਦਰਖਤ ਪੁੱਟ ਕੇ ਪਰਾਂ ਸੁੱਟ ਦਿੰਦਾ ਸੀ। ਅੱਜ ਕੀ ਬਣੀ? ਇੱਕ ਹਲਕਾ ਜਾ ਮਹਾਵਤ ਤੇਰੇ ਉੱਪਰ ਬੈਠਾ ਹੈ। ਹਲਕਾ ਜਾ ਮਹਾਵਤ ਜਿਹਦਾ ਭਾਰ ਤੇਰੇ ਤੋਂ 100 ਗੁਣਾ ਘੱਟ ਹੈ। ਉਹਨੇ ਤੇਰੇ ਸਿਰ ਤੇ ਲਗਾ ਦਿੱਤਾ ਹੈ ਕੁੰਡਾ। ਜਿਹੜੇ ਪਾਸੇ ਕੁੰਡਾ ਉਹ ਮਾਰਦਾ ਹੈ ਤੂੰ ਉਸ ਬੰਨੇ ਤੁਰ ਪੈਂਦਾ ਹੈ। ਓਏ ਹਾਥੀ, ਕੀ ਬਣੀ ਤੇਰੇ ਨਾਲ? ਅੱਗੋਂ ਹਾਥੀ ਜਵਾਬ ਦਿੰਦਾ ਹੈ ਕਿ ਕਬੀਰ ਸਾਹਿਬ, ਇੱਥੇ ਮੈਂ ਇੱਕ ਗੱਲ ਹੋਰ ਕਹਿ ਦਾਂ, ਐਵੇਂ ਗੱਲਾਂ ਨਹੀਂ ਹੁੰਦੀਆਂ, ਇੱਕ ਦ੍ਰਿਸ਼ਟਾਂਤ ਬਣਾਇਆ ਹੈ, ਸਮਝਾਉਣ ਵਾਸਤੇ ਉਦਾਹਰਨ ਹੈ। ਅੱਗੋਂ ਹਾਥੀ ਕਹਿੰਦਾ ਹੈ, ਕਬੀਰ ਸਾਹਿਬ, ਤਾਕਤਵਰ ਮੈਂ ਪਹਿਲੇ ਵੀ ਸੀ, ਤਾਕਤਵਰ ਮੈਂ ਹੁਣ ਵੀ ਹਾਂ, ਪਰ ਕਬੀਰ ਸਾਹਿਬ ਮੇਰੇ ਵਿੱਚ ਇੱਕ ਅਵਗੁਣ ਆ ਗਿਆ ਸੀ। ਮੇਰੀ ਮਤ ਸੁਰਤ ਤੇ ਕਾਮ ਵਾਸ਼ਨਾ ਹਾਵੀ ਹੋ ਗਈ ਸੀ। ਇੱਕ ਅਵਗੁਣ ਕਰਕੇ ਮੈਂ ਹਮੇਸ਼ਾ ਵਾਸਤੇ ਗੁਲਾਮ ਬਣ ਕੇ ਰਹਿ ਗਿਆ ਹਾਂ। ਕਿ ਇਹ ਹਾਥੀ ਨੂੰ ਸਮਝਾਉਣ ਵਾਸਤੇ ਪੰਕਤੀ ਉਚਾਰਨ ਕੀਤੀ ਹੈ? ਕਿਸੇ ਜਾਨਵਰ ਨੂੰ ਸਮਝਾਉਣ ਵਾਸਤੇ ਇਹ ਪੰਕਤੀ ਉਚਾਰਨ ਕੀਤੀ ਹੈ? ਨਹੀਂ ਸੰਗਤ ਜੀ, ਇਹ ਸਾਡੇ ਵਾਸਤੇ, ਇਹ ਸਾਡੇ ਵਾਸਤੇ। ਓਏ ਸਿੱਖਾ, ਅਗਰ ਤੇਰੀ ਵੀ ਮਤ ਸੁਰਤ ਤੇ ਕਾਮ ਵਾਸ਼ਨਾ ਹਾਵੀ ਹੋ ਗਈ,
ਅਗਰ ਤੇਰੀ ਵੀ ਮਤ ਸੁਰਤ ਤੇ ਸਿੱਖਾ ਕਾਮ ਵਾਸ਼ਨਾ ਨਾਲ ਤੇਰੀ ਮਤ ਸੁਰਤ ਗ੍ਰਸਤ ਹੋ ਗਈ, ਤੈਨੂੰ ਵੀ ਏਡਸ ਵਰਗੀਆਂ ਬਿਮਾਰੀਆਂ ਲੱਗ ਜਾਣਗੀਆਂ, ਹਮੇਸ਼ਾ ਵਾਸਤੇ ਪਛਤਾਉਂਦਾ ਰਹੇਗਾ। ਮਤ ਜਾਣੀ ਆਪਣਾ ਘਰ ਛੱਡ ਕੇ ਪਰਾਏ ਘਰ ਵਿੱਚ ਜਾ ਕੇ ਮੂੰਹ ਮਾਰਦਾ ਪਿਆ ਹੈ ਤੂੰ। ਮਤ ਜਾਣੀ ਤੂੰ ਸੱਚ ਦੀ ਗੱਲ ਹਿੱਕ ਠੋਕ ਕੇ ਗੱਲ ਕਰ ਪਾਏਗਾ। ਜਗ੍ਹਾ ਜਗ੍ਹਾ ਤੇ ਆਪਣੀ ਗੱਲਾਂ ਨੂੰ ਲੁਕਾਉਣ ਵਾਸਤੇ ਤੈਨੂੰ ਝੂਠ ਬੋਲਣੇ ਪੈਣਗੇ। ਤੂੰ ਕਦੀ ਹਿੱਕ ਠੋਕ ਕੇ ਛਾਤੀ ਚੌੜੀ ਕਰਕੇ ਸੱਚ ਦੀ ਗੱਲ ਕਦੀ ਨਹੀਂ ਕਰ ਪਾਏਗਾ। ਤਰ੍ਹਾਂ ਤਰ੍ਹਾਂ ਦੇ 100 ਪਖੰਡ ਕਰਨੇ ਪੈਣਗੇ, ਕਿਤੇ ਮੇਰੀ ਅੰਦਰ ਦੀ ਹੈਵਾਨੀਅਤ ਲੋਕਾਂ ਦੇ ਸਾਹਮਣੇ ਨਾ ਆ ਜਾਏ। ਸਿੱਖਾ ਇਹ ਗੱਲਾਂ ਤੇਰੇ ਵਾਸਤੇ ਕੀਤੀਆਂ ਗਈਆਂ ਨੇ। ਸਿੱਧੀਆਂ ਸਿੱਧੀਆਂ ਚਪੇੜਾਂ ਉਹਨਾਂ ਵਾਸਤੇ ਹੈ ਜੋ ਆਪਣਾ ਘਰ ਛੱਡ ਕੇ ਬੇਗਾਨੇ ਘਰ ਜਾ ਕੇ ਮੂੰਹ ਮਾਰਦੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਬੀਰ ਸਾਹਿਬ ਜਿਨ੍ਹਾਂ ਅੱਗੇ ਅਸੀਂ ਮੱਥਾ ਟੇਕਦੇ ਹਾਂ ਰੋਜ਼ਾਨਾ, ਉਹ ਕਹਿ ਰਹੇ ਨੇ। ਕਾਲ ਭੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੋਰਾ ਰੇ, ਅੰਕਸ਼ ਸਯੋ ਸ਼ੀਸ਼। ਸੋ ਪਹਿਲੀ ਪੰਕਤੀਆਂ ਦੇ ਵਿੱਚ ਹੁਣ ਸੋਚ ਲਿਆ ਜੇ, ਭਾਵੇਂ ਮੇਰੀਆਂ ਭੈਣਾਂ ਨੇ, ਭਾਵੇਂ ਮੇਰੇ ਵੀਰ ਬੈਠੇ ਨੇ, ਸੋਚ ਲਿਆ ਜੇ ਅਗਰ ਸਾਡੇ ਅੰਦਰ ਵੀ ਇਹ ਕਾਮ ਰੂਪੀ ਅਵਗੁਣ ਹੈਗਾ ਜੇ ਤੇ ਸੋਚ ਲਿਆ ਜੇ ਬੰਨਣੀ ਤੁਹਾਡੀ ਵੀ ਤੁਹਾਡੇ ਨਾਲ ਵੀ ਹੋਈ ਹੈ ਜੋ ਇਸ ਹਾਥੀ ਨਾਲ ਬਣੀ ਹੈ। ਇੱਕ ਹੋਕਾ ਜੇ ਹੈਗਾ ਆਪਣੇ ਅੰਦਰ ਇਹ ਅਵਗੁਣ, ਤੇ ਅੱਜ ਜਾਂਦੀ ਵਾਰੀ ਅਰਦਾਸ ਕਰਨੀ ਹੈ ਗੁਰੂ ਅੱਗੇ, ਤੇ ਇਹ ਬੇਦਾਵਾ ਫਾੜ ਕੇ ਤੁਸੀਂ ਵੀ ਜਾਣਾ ਹੈ। ਆਓ ਸੰਗਤ ਜੀ ਹੁਣ ਆਪਾਂ ਅਗਲੀਆਂ ਪੰਕਤੀਆਂ, ਇਹ 2 ਪੰਕਤੀਆਂ ਪਹਿਲੇ ਅਸੀਂ ਗਾਇਨ ਕੀਤੀਆਂ ਸੀ, ਹੁਣ ਇਹਨਾਂ ਦੇ ਸਾਨੂੰ ਅਰਥ ਸਮਝ ਆ ਗਏ ਆ, ਤੇ ਹੁਣ ਇੱਕ ਵਾਰੀ ਇਹ 2 ਪੰਕਤੀਆਂ ਫਿਰ ਤੋਂ ਅਸੀਂ ਗਾਇਨ ਕਰਾਂਗੇ ਤੇ ਅਗਲੀਆਂ 2 ਪੰਕਤੀਆਂ ਦਾ ਜਾਪ ਇੱਕ ਵਾਰੀ ਫਿਰ ਤੋਂ ਕਰਾਂਗੇ ਜੀ। कालभूत की हस्तनी, कालभूत मतलब कागज दी बनाई, हस्तनी मतलब हथनी। कालभूत की हस्तनी मन बोरा रे, मन बोरा रे, मन बोरा ये मेरे पागल मना किते तू भी ना फस जी विचे ही। चलत रचियो जगदीश, चलत रचियो जगदीश, काम सुआए गज बस गज मतलब हाथी, काम सुआए गज बस परे मन बोरा रे, मन बोरा रे, मन बोरा रे, मन बोरा रे। अंकश सहे, अंकश मतलब कुंडा, कुंडा। बाच हर राच, बच जा बच जा, बाच हर राच, समझ मन बोरा रे। कबीर साहब होका दे रहे ने, बच जा, समझ मन बोरा रे, समझ मन बोरा रे, समझ मन बोरा रे। बिखे बाच हर राच, बिखे बाच हर राच, समझ मन बोरा रे, समझ मन बोरा रे।
मरकट मुष्टि अनाज की, मरकट मुष्टि अनाज की, मन बोरा रे, मन बोरा रे, मन बोरा रे, संगत जी नाल नाल बोलो, मन बोरा रे, लीनी हाथ पसार, लीनी हाथ पसार, छूटन को सहसा परया, छूटन को सहसा परया, मन बोरा रे, मन बोरा रे, मन बोरा रे, नाच्यो कर कर पार, नाच्यो कर कर पार, दिखे बाच हरे राज, दिखे बाच हरे राज, समझ मन बोरा रे, समझ मन बोरा रे, समझ मन बोरा रे, समझ मन बोरा रे, निर्भय होए न हर पजै, निर्भय होए न हर पजै, मन बोरा रे, मन बोरा रे, मन बोरा रे, मन बोरा रे, लीन कहो ना राम जहाज, कहो ना राम जहाज, दिखे बाच हर राज, दिखे बाच हर राज, समझ मन बोरा रे, समझ मन बोरा रे, समझ मन बोरा रे, समझ मन बोरा रे, दिखे बाच हर राज, समझ मन बोरा रे, समझ मन बोरा रे। दूसरा उदाहरण कबीर साहब दे रहे ने एक बंदर दा। मरकट कहते हैं संगत जी बंदर नूं। मरकट मुष्टि, मुष्टि होंदी है मुट्ठी। हुण संगत जी बंदर नूं पकड़न वास्ते शिकारी की करदा है? बंदर नूं पकड़न वास्ते संगत जी सुराही दे बारे सब नूं पता होएगा। एक इहो जिहा टांचा है जो उपरों दी पतला है, थिन है, थल्लों दी काफ़ी वाइड है। ਉਹਨੂੰ ਕਹਿੰਦੇ ਨੇ ਸੁਰਾਈ। ਇਹੋ ਜਿਹਾ ਸਟਰਕਚਰ ਹੁੰਦਾ ਉਹਦਾ। ਉੱਪਰੋਂ ਦੀ ਕਾਫੀ ਪਤਲਾ ਹੁੰਦਾ ਹੈ, ਥੱਲੋਂ ਦੀ ਕਾਫੀ ਮੋਟਾ ਹੁੰਦਾ ਹੈ। ਤੇ ਸ਼ਿਕਾਰੀ ਬੰਦਰ ਨੂੰ ਪਕੜਨ ਵਾਸਤੇ ਕੀ ਕਰਦਾ ਹੈ? ਜਿਹੜੀ ਜਗ੍ਹਾ ਤੇ ਬੰਦਰ ਕਾਫੀ ਹੁੰਦੇ ਨੇ ਉਸ ਜਗ੍ਹਾ ਤੇ ਇੱਕ ਸੁਰਾਹੀ ਲੈ ਕੇ ਆਂਦਾ ਹੈ ਤੇ ਉਸ ਸੁਰਾਹੀ ਦੇ ਵਿੱਚ ਸੰਗਤ ਜੀ ਬੇਨਤੀ ਹੈਗੀ ਆ ਜਿਹੜੇ ਵੀ ਆਪਾਂ ਇੱਕ ਕਵਿਤਾ ਸਾਰਿਆਂ ਨੂੰ ਵੰਡੀ ਜਾ ਰਹੀ ਹੈ, ਇਹਨੂੰ ਪੜਿਓ ਨਾ। ਜਦੋਂ ਇਹ ਕਵਿਤਾ ਆਪਾਂ ਨੇ ਪੜ੍ਹਨੀ ਹੈ ਅੱਜ ਨਾਲ ਨਾਲ ਤਾਂ ਪੜਿਓ। ਇਹ ਬਸ ਇੱਕ ਵਾਰੀ ਡਿਸਟ੍ਰੀਬਿਊਟ ਕਰਵਾਈ ਜਾ ਰਹੀ ਹੈ, ਇਹਨੂੰ ਵੇਖਣ ਨਾ ਲੱਗ ਜਾ ਜੇ, ਧਿਆਨ ਇੱਥੇ ਹੀ ਰਵੇ। ਇਹਨੂੰ ਬਸ ਆਪਣੇ ਕੋਲ ਅਜੇ ਸਾਂਭ ਕੇ ਰੱਖੋ, ਇਹਦਾ ਇਸਤੇਮਾਲ ਉਹਨੇ ਜਲਦੀ ਹੋਏਗਾ। ਨਾਲ ਨਾਲ ਆਪਾਂ ਇਹ ਕਵਿਤਾ ਵੀ ਪੜਾਂਗੇ। ਭਾਈ ਵੀਰ ਸਿੰਘ ਜੀ ਦੀ ਇੱਥੇ ਕਵਿਤਾ ਹੈ, ਬਾ ਕਮਾਲ ਕਵਿਤਾ। ਬਾ ਕਮਾਲ, ਇੱਕ ਇੱਕ ਅੱਖਰ ਮਤਲਬ ਹੀਰੇ ਪਰੋ ਰੱਖੇ ਨੇ। ਆਪਾਂ ਇੱਥੇ ਵੀ ਆਵਾਂਗੇ। ਖੈਰ
ਬੰਦਰ ਨੂੰ ਪਕੜਨ ਵਾਸਤੇ ਸ਼ਿਕਾਰੀ ਕੀ ਕਰਦਾ ਹੈ, ਇੱਕ ਸੁਰਾਹੀ ਲੈ ਕੇ ਆਂਦਾ ਤੇ ਉਸ ਸੁਰਾਹੀ ਨੂੰ ਛੋਲਿਆਂ ਨਾਲ ਭਰ ਦਿੰਦਾ ਤੇ ਉਸ ਨੂੰ ਜ਼ਮੀਨ ਦੇ ਵਿੱਚ ਦੱਬ ਦਿੰਦਾ ਹੈ, ਉਸ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਕਾਫੀ ਸਾਰੇ ਬੰਦਰ ਹੋਣ। ਤੇ ਜਦੋਂ ਬੰਦਰ ਨੂੰ ਪਤਾ ਲੱਗਦਾ ਹੈ ਕਿ ਇੱਥੇ ਛੋਲੇ ਨੇ ਤੇ ਉਸ ਸੁਰਾਹੀ ਕੋਲ ਜਾਂਦਾ ਹੈ, ਜੋ ਕਿ ਸੁਰਾਹੀ ਜ਼ਮੀਨ ਦੇ ਵਿੱਚ ਦੱਬੀ ਪਈ ਹੈ, ਤੇ ਹੱਥ ਪਾਉਂਦਾ ਹੈ ਉਸ ਸੁਰਾਹੀ ਦੇ ਵਿੱਚ। ਧਿਆਨ ਰੱਖਿਆ ਜੀ, ਉਹ ਸੁਰਾਹੀ ਉੱਪਰੋਂ ਦੀ ਪਤਲੀ ਹੈ, ਥੱਲੋਂ ਦੀ ਮੋਟੀ ਹੈ। ਤੇ ਜਿਵੇਂ ਹੀ ਉਸ ਸੁਰਾਹੀ ਦੇ ਵਿੱਚ ਬੰਦਰ ਹੱਥ ਪਾਉਂਦਾ ਹੈ ਤੇ ਜਿਵੇਂ ਉਹ ਮੁੱਠੀ ਭਰ ਲੈਂਦਾ ਹੈ, ਮਰਕਟ ਮੁਸ਼ਟੀ ਮਤਲਬ ਮੁੱਠੀ, ਜਿਵੇਂ ਹੀ ਉਹ ਮੁੱਠੀ ਭਰ ਲੈਂਦਾ ਹੈ ਤੇ ਬਾਹਰ ਕੱਢਣ ਦਾ ਯਤਨ ਕਰਦਾ ਹੈ, ਉਹ ਬਾਹਰ ਹੱਥ ਨਿਕਲਦਾ ਨਹੀਂ, ਕਿਉਂਕਿ ਉੱਪਰੋਂ ਦੀ ਸੁਰਾਹੀ ਪਤਲੀ ਹੈ, ਥੱਲੋਂ ਦੀ ਤਾਂ ਮੁੱਠੀ ਭਰੀ ਗਈ ਲੇਕਿਨ ਬਾਹਰ ਉਹ ਨਿਕਲਦੀ ਨਹੀਂ। ਤੇ ਇੰਨੇ ਚਿਰ ਚ ਸੋਚਦਾ ਰਹਿੰਦਾ, ਕਿਉਂਕਿ ਉਹਦੇ ਵਿੱਚ ਵੀ ਇੱਕ ਅਵਗੁਣ ਹੈ, ਲਾਲਚੀ ਹੈ। ਮਨ ਕਰੇ ਯਾਰ ਛੱਡਾਂ ਜਾਂ ਨਾ ਛੱਡਾਂ, ਛੱਡਣ ਦਾ ਜਦੋਂ ਯਤਨ ਕਰਦਾ ਹੈ ਲਾਲਚਪੁਣਾ ਆ ਜਾਂਦਾ, ਨਹੀਂ ਯਾਰ ਇਹ ਛੋਲੇ ਪਏ ਨੇ, ਮੈਂ ਛੋਲੇ ਖਾਵਾਂਗਾ, ਇੰਨੇ ਸਵਾਦਿਸ਼ਟ ਛੋਲੇ ਹੈਗੇ। ਪਰ ਜਿਵੇਂ ਹੀ ਅੰਦਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਹੱਥ ਬਾਹਰ ਆਂਦਾ ਨਹੀਂ, ਕਿਉਂਕਿ ਸੁਰਾਹੀ ਹੈ ਉੱਪਰੋਂ ਦੀ ਹੈਗੀ ਪਤਲੀ। ਤੇ ਇਹੀ ਦੁਬਦਾ ਦੇ ਵਿੱਚ ਰਹਿੰਦੇ ਸ਼ਿਕਾਰੀ ਆਂਦਾ, ਉਹਦੇ ਤੇ ਜਾਲ ਪਾ ਦਿੰਦਾ ਹੈ ਤੇ ਉਹਨੂੰ ਹਮੇਸ਼ਾ ਵਾਸਤੇ ਗੁਲਾਮ ਬਣਾ ਦਿੰਦਾ। ਕਬੀਰ ਸਾਹਿਬ ਇੱਕ ਵਾਰੀ ਫਿਰ ਤੋਂ ਪੁੱਛਦੇ ਨੇ, ਦ੍ਰਿਸ਼ਟਾਂਤ ਐਵੇਂ ਗੱਲਾਂ ਨਹੀਂ ਹੁੰਦੀਆਂ, ਫਿਰ ਕਹਿ ਰਿਹਾ। ਕਬੀਰ ਸਾਹਿਬ ਇੱਕ ਵਾਰੀ ਫਿਰ ਤੋਂ ਪੁੱਛਦੇ ਨੇ, ਓਏ ਬੰਦਰ ਤੇਰੇ ਨਾਲ ਕੀ ਬਣੀ? ਉਹ ਭਰਾਵਾ ਤੂੰ ਅਗਰ ਤੇਰੇ ਕੋਲ ਵੀ ਕੋਈ ਆਂਦਾ ਸੀ, ਤੂੰ ਇੱਕ ਪੇੜ ਛੱਡ ਕੇ ਦੂਸਰੇ ਪੇੜ ਤੇ ਛਾਲ ਮਾਰ ਜਾਂਦਾ ਸੀ, ਕੋਠੇ ਟੱਪ ਜਾਂਦਾ ਸੀ, ਤੇਰੇ ਨਾਲ ਬਣੀ ਕੀ? ਅੱਜ ਤੈਨੂੰ ਸ਼ਿਕਾਰੀ ਨੇ ਫੜ ਕਿਵੇਂ ਲਿੱਤਾ? ਕਹਿੰਦਾ ਰਫਤਾਰ ਅਜੇ ਵੀ ਮੇਰੇ ਵਿੱਚ ਹੋਈ ਹੈ, ਫੁਰਤੀ ਅਜੇ ਵੀ ਮੇਰੇ ਵਿੱਚ ਹੋਈ ਹੈ, ਪਰ ਕਬੀਰ ਸਾਹਿਬ ਕੀ ਕਰਾਂ, ਇੱਕ ਅਵਗੁਣ ਮੇਰੇ ਵਿੱਚ ਆ ਗਿਆ ਸੀ। ਉਹ ਕਿਹੜਾ ਅਵਗੁਣ? ਮੇਰੇ ਅੰਦਰ ਲਾਲਚਪੂਣਾ ਆ ਗਿਆ ਸੀ। ਉਸ ਲਾਲਚਪੂਣੇ ਕਰਕੇ ਅੱਜ ਮੈਨੂੰ ਮਦਾਰੀ ਗੱਲ ਦੇ ਵਿੱਚ ਪਾਤੀ ਹੈ, ਉਹਨੇ ਮੈਨੂੰ ਸੰਗਲ ਤੇ ਕਰੋ ਕਰੀ ਜਾ ਕੇ ਖੇਡਾਂ ਵਿਖਾਈ ਜਾਂਦਾ ਹੈ, ਉਹਨੇ ਆਪਣੇ ਇਨਕਮ ਦਾ ਸਾਧਨ ਬਣਾ ਲਿਆ ਤੇ ਮੈਨੂੰ ਨੱਚ ਨੱਚ ਕੇ ਸਭ ਨੂੰ ਦਿਖਾਣਾ ਪੈਂਦਾ ਹੈ। ਕੀ ਇਹ ਪੰਕਤੀਆਂ ਬੰਦਰ ਨੂੰ ਸਮਝਾਉਣ ਵਾਸਤੇ ਹੈ, ਕਿਸੇ ਜਾਨਵਰ ਨੂੰ ਸਮਝਾਉਣ ਵਾਸਤੇ ਹੈ? ਉਹ ਨਹੀਂ ਗੁਰੂ ਕਿਆ ਸਿੱਖਾ, ਇਹ ਤੈਨੂੰ ਸਮਝਾਉਣ ਵਾਸਤੇ ਹੈ। ਗੁਰਬਾਣੀ ਆ ਜਿਹੜਾ ਬੰਦਾ ਹੈਗਾ, ਜਿਹੜਾ ਬੰਦਾ ਚਮੜੀ ਕਰਕੇ ਤਾਂ ਬੰਦਾ ਦਿਸਦਾ ਹੈ, ਲੇਕਿਨ ਆ ਸੁਰਤ ਕਰਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਭੋਗਦਾ ਪਿਆ ਹੈ। ਇਹ ਤੇਰੀ ਸੁਰਤ ਨੂੰ ਸਮਝਾਉਣ ਵਾਸਤੇ ਹੈ। ਓਏ ਸਿੱਖਾ, ਮਤਾ ਕਿੱਥੇ ਤੂੰ ਵੀ ਲਾਲਚ ਪੂਨੇ ਵਿੱਚ ਪੈ ਜਾਏ। ਜੇ ਅਗਰ ਤੂੰ ਵੀ ਲਾਲਚ ਪੂਨੇ ਵਿੱਚ ਪੈ ਗਿਆ, ਤੇਰੀ ਮਤ ਸੁਰਤ ਤੇ ਲਾਲਚ ਹਾਵੀ ਹੋ ਗਿਆ, ਤੂੰ ਵੀ ਉਸ ਬੰਦਰ ਵਾਂਗੂ ਹਮੇਸ਼ਾ ਵਾਸਤੇ ਗੁਲਾਮ ਬਣ ਕੇ ਰਹਿ ਜਾਏਗਾ। ਅੱਜ ਅਸੀਂ ਵੇਖਦੇ ਹਾਂ ਇੰਨੀਆਂ ਜ਼ਮੀਨਾਂ ਨੇ, ਇੰਨੀ ਪ੍ਰਾਪਰਟੀ ਹੈਗੀ ਹੈ, ਲੇਕਿਨ ਅੱਜ ਵੀ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਬੈਠੇ ਨੇ, ਕਿਉਂਕਿ ਸਿਰਫ ਲਾਲਚ ਕਰਕੇ, ਪੈਸਿਆਂ ਕਰਕੇ। ਇੰਨੇ ਪੈਸੇ ਆਲਰੇਡੀ ਹੈਗੇ ਤੁਹਾਡੇ ਕੋਲ, ਲੇਕਿਨ ਮੈਂ ਹੋਰ ਕਮਾਨੇ ਆ ਹਮੇਸ਼ਾ ਵਾਸਤੇ ਜੇਲ੍ਹਾਂ ਦੇ ਵਿੱਚ ਸੜਦੇ ਪਏ ਨੇ। ਸੋ ਇਸ ਉਦਾਹਰਨ ਦੇ ਵਿੱਚ ਗੁਰੂ ਸਾਹਿਬ, ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਸਿੱਖਾ, ਆਪਣੀ ਮਤ ਸੁਰਤ ਤੇ ਲਾਲਚ ਨੂੰ ਹਾਵੀ ਨਾ ਹੋਣ ਦੇਈ, ਨਹੀਂ ਤਾਂ ਤੂੰ ਵੀ ਹਮੇਸ਼ਾ ਵਾਸਤੇ ਗੁਲਾਮ ਬਣ ਕੇ ਰਹਿ ਜਾਏਗਾ। ਪਹਿਲਾ ਉਦਾਹਰਨ ਕਾਮ ਵਾਸ਼ਨਾ ਦਾ, ਦੂਸਰਾ ਉਦਾਹਰਨ ਬੰਦਰ ਦਾ, ਲਾਲਚ ਪੁਣੇ ਦਾ। ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿਤੇ ਮੈਂ ਵੀ ਤਾਂ ਲਾਲਚੀ ਨਹੀਂ। ਜੇ ਅਗਰ ਮੈਂ ਲਾਲਚੀ ਹਾਂ, ਅੱਜ ਅਸੀਂ ਇਹ ਬੇਦਾਵਾ ਫਾੜ ਕੇ ਜਾਣਾ ਹੈ ਜਾਂਦੀ ਵਾਰੀ। ਸੋ ਆਓ ਹੁਣ ਆਪਾਂ ਤੀਸਰੇ ਉਦਾਹਰਨ ਵਾਲੇ ਪਾਸੇ ਜਾਣੇ ਹਾਂ। ਪਹਿਲੇ ਉਹਨੂੰ ਸੰਗਤੀ ਰੂਪ ਵਿੱਚ ਗਾਇਨ ਕਰਾਂਗੇ, ਫਿਰ ਉਹਦੇ ਅਰਥ ਸਮਝਣ ਦਾ ਯਤਨ ਕਰਾਂਗੇ ਜੀ। जो नलनी सूटा गयो, जो नलनी सूटा गयो, मन बोरा रे, मन बोरा रे। संगत जी कमाल दियां बातां हो रही ने, कमाल दियां बातां, ध्यान दियो। मन बोरा रे, मन बोरा रे,
रंग कुसुम का, जैसा रंग कुसुम का मन बोरा रे, मन बोरा रे, मन बोरा रे, मन बोरा रे। त्यों पसरे ओ पसार, त्यों पसरे ओ पसार, जैसा रंग, जैसा रंग कुसुम का मन बोरा रे, मन बोरा रे, मन बोरा रे, मन बोरा रे। त्यों पसरे ओ पसार, त्यों पसरे ओ पसार, बिखे बाच हर राच, बिखे बाच हर राच, समझ मन बोरा रे, समझ मन बोरा रे, समझ मन बोरा रे, समझ मन बोरा रे। नावन को तीरथ करने, नावन को तीरथ करने मन बोरा रे, मन बोरा रे, मन बोरा रे, मन बोरा रे। पूजन को बहुदेव, पूजन को बहुदेव, कहो कबीर छूटन नहीं, कहो कबीर छूटन नहीं, मन बोरा रे, मन बोरा रे, मन बोरा रे, मन बोरा रे। छूटन हार की सेव, छूटन हार की सेव, कहो कबीर छूटन नहीं, कहो कबीर छूटन नहीं, मन बोरा रे, मन बोरा रे, मन बोरा रे, मन बोरा रे। छूटन हार की सेव, छूटन हार की सेव, बिखे बाच हर राच, हर राच, समझ मन बोरा रे, समझ मन बोरा रे, समझ मन बोरा रे, समझ मन बोरा रे। बिखे बाच हर राच, बिखे बाच हर राच, समझ मन बोरा रे,
समझ मन बोरा रे। ਸੰਗਤ ਜੀ, ਗੁਰਦੁਆਰਾ ਸਿੱਖੀ ਦਾ ਸਕੂਲ ਹੈ। ਅਸੀਂ ਕਹਿ ਦਿੰਦੇ ਹਾਂ ਨਾ ਗੁਰੂ ਘਰ ਚੱਲੇ ਆ ਨਾ, ਗੁਰੂ ਕਰਨਾ ਕਿਆ ਕਰੋ। ਇਹ ਵੀ ਇੱਕ ਵਿਚਾਰ ਕਾਫੀ ਲੰਬੀ ਜਾਏਗੀ, ਲੇਕਿਨ ਸਿਰਫ ਬਰੀਫਲੀ ਦੱਸਦਾ ਪਿਆ ਟੂਕ ਮਾਤਰ। ਗੁਰਦੁਆਰਾ ਕਿਆ ਕਰੋ। ਗੁਰੂ ਦੁਆਰ, ਗੁਰੂ ਦੇ ਰਾਹੀਂ ਦੁਆਰ ਟੱਪਣ ਵਾਸਤੇ ਹੁੰਦਾ ਹੈ। ਗੁਰੂ ਘਰ ਜਿੱਥੇ ਗੁਰੂ ਵਸਦਾ ਹੈ। ਗੁਰੂ ਤਾਂ ਤੁਹਾਡੇ ਅੰਦਰ ਵੀ ਵਸਦਾ, ਮੇਰੇ ਅੰਦਰ ਵੀ ਵਸਦਾ। ਗੁਰੂ ਘਰ ਤਾਂ ਇਹ ਹੈ, ਗੁਰੂ ਘਰ ਤਾਂ ਇਹ ਸਮੁੱਚੀ, ਹਾਂ ਇਸ ਇੱਥੇ ਵੀ ਵਸਦਾ, ਸਿਰਫ ਇੱਥੇ ਹੀ ਨਹੀਂ ਵਸਦਾ। ਇਹ ਕਹਿਣਾ ਚਾਹ ਰਿਹਾ, ਇੱਥੇ ਵੀ ਵਸਦਾ ਹੈ, ਸਿਰਫ ਇੱਥੇ ਹੀ ਨਹੀਂ ਵਸਦਾ। ਅਗਰ ਅਸੀਂ ਇਦਾਂ ਕਰਾਂਗੇ ਤੇ ਫਿਰ ਉਹ ਸਾਨੂੰ ਸਾਖੀ ਜੋ ਮੱਕੇ ਹੋਈ ਸੀ ਉੱਥੇ ਜਾਣਾ ਪਏਗਾ ਤੇ ਗੜਬੜੀ ਹੋ ਜਾਏਗੀ। ਗੁਰੂ ਇੱਥੇ ਵੀ ਵਸਦਾ ਹੈ, ਲੇਕਿਨ ਇੱਥੇ ਹੀ ਨਹੀਂ ਵਸਦਾ, ਸਿਰਫ ਇੱਥੇ ਹੀ ਨਹੀਂ ਵਸਦਾ, ਤੁਹਾਡੇ ਵਿੱਚ ਵੀ ਹੈ, ਸਮੁੱਚੀ ਕੁਦਰਤ ਵਿੱਚ ਵਸਦਾ ਹੈ। ਸਾਰੀ ਕੁਦਰਤ ਹੀ ਉਹਨੇ ਬਣਾਈ। ਸੋ ਗੁਰਦੁਆਰਾ, ਇਹਨੂੰ ਗੁਰਦੁਆਰਾ ਕਿਆ ਕਰੋ। ਕਿਉਂ ਕਿਆ ਕਰੋ? ਪ੍ਰਮਾਣ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਲੇਕਿਨ ਉੱਥੇ ਅੱਜ ਆਪਾਂ ਨਹੀਂ ਜਾਣਾ ਕਿਉਂਕਿ ਆਲਰੇਡੀ 11 ਵੱਜ ਚੁੱਕੇ ਨੇ। ਤੁਸੀਂ ਸਾਰੀ ਸੰਗਤ ਲੇਟ ਆਏ ਹੋ ਹੁਣ, ਕਿਉਂਕਿ ਗੁਰਦੁਆਰਾ ਇਕੁਅਲ ਟੂ ਸਿੱਖੀ ਦਾ ਸਕੂਲ। ਹੁਣ ਦੋ ਪੰਕਤੀਆਂ ਦੇ ਅਰਥ ਤਾਂ ਮੈਂ ਕਰ ਦਿੱਤੇ, ਦੋ ਉਦਾਹਰਨ ਤਾਂ ਹੋ ਗਏ, ਹਾਥੀ ਦਾ ਦੇ ਦਿੱਤਾ, ਬੰਦਰ ਦਾ ਦੇ ਦਿੱਤਾ। ਹੁਣ ਤੀਸਰੀ ਜਿਹੜੀ ਪੰਕਤੀ ਹੈ, ਤੀਸਰੀ ਪੰਕਤੀ ਦੇ ਵਿੱਚ ਉਦਾਹਰਨ ਹੈਗਾ ਤੋਤੇ ਦਾ, ਕਿਉਂਕਿ ਗੁਰਦੁਆਰਾ ਸਿੱਖੀ ਦਾ ਸਕੂਲ ਹੈ। ਸਿੱਖੀ ਦੇ ਸਕੂਲ ਦੇ ਵਿੱਚੋਂ ਸਕੂਲ ਹੈ, ਕਲਾਸ ਵਰਕ ਹੋ ਗਿਆ ਤੇ ਹੋਮਵਰਕ ਵੀ ਹੋਣਾ ਚਾਹੀਦਾ ਨਾ। ਤੇ ਆ ਤੀਸਰੀ ਪੰਕਤੀ, ਕਿਉਂਕਿ ਸਮਾਂ ਬਹੁਤ ਹੋ ਗਿਆ, ਆ ਜਿਹੜੀ ਤੀਸਰੀ ਪੰਕਤੀ ਇਹ ਤੁਸੀਂ ਖੁਦ ਵਿਚਾਰਨੀ ਕਰੇ ਜਾ ਕੇ, ਭਈ ਆ ਤੋਤਾ ਕਿਵੇਂ ਫਸਦਾ। ਹੁਣ ਇਹਦੇ ਅਰਥ ਮੈਂ ਨਹੀਂ ਕਰੂੰਗਾ, ਤੁਹਾਡੇ ਵਾਸਤੇ ਹੋਮਵਰਕ ਹੈ। ਜਿਨ੍ਹਾਂ ਦੀ ਦਿਲਚਸਪੀ ਹੋਏਗੀ, ਜਿਨ੍ਹਾਂ ਨੇ ਵਿਚਾਰ ਧਿਆਨ ਨਾਲ ਸੁਣੀ ਹੋਏਗੀ, ਦੇਖੋ ਮੇਰਾ ਤਾਂ ਕੁਝ ਨਹੀਂ ਹੈ, ਵਿਚਾਰ ਬਾਬੇ ਨਾਨਕ ਦੇ ਨੇ, ਮੈਂ ਤੁਹਾਨੂੰ ਸੁਣਾ ਰਿਹਾ। ਜੇ ਤੁਸੀਂ ਮੰਨ ਲਓਗੇ, ਜ਼ਿੰਦਗੀ ਚੜ੍ਹਦੀ ਕਲਾ ਵਾਲੇ ਪਾਸੇ ਤੁਰ ਪਏਗੀ, ਟੈਨਸ਼ਨ ਫਰੀ ਹੋ ਕੇ, ਨਿਸ਼ਚਿੰਤ ਹੋ ਕੇ ਆਪਣਾ ਜੀਵਨ ਬਤੀਤ ਕਰੋਗੇ। ਜੇ ਨਹੀਂ ਮੰਨੋਗੇ, ਉਹ ਵੀ ਤੁਹਾਡੀ ਮਰਜ਼ੀ, ਮੈਂ ਤਾਂ ਸੁਣਾ ਕੇ ਚਲਾ ਜਾਣਾ। ਮੇਰੇ ਤਾਂ ਪਿਛਲੇ 5-6 ਦਿਨਾਂ ਤੋਂ ਕਾਫੀ ਦਿਨਾਂ ਦੇ ਵਿਚਾਰ ਆ ਰਹੇ ਸੀ, ਮੈਂ ਤਾਂ 1 ਮਹੀਨੇ ਬਾਅਦ ਤੁਰ ਜਾਣਾ, ਦੂਜੇ ਪਾਸੇ ਚਲੇ ਜਾਣਾ। ਤੇ ਇਹ ਤੁਹਾਡੇ ਤੇ ਹੈ, ਇਹ ਤੁਹਾਡੇ ਤੇ ਹੈ ਕਿ ਤੁਸੀਂ ਵਿਚਾਰ ਨੂੰ ਅਪਣਾਣਾ ਹੈ। ਅਗਰ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਵਿਚਾਰ ਸੁਣੀ, ਉਹ ਜਾ ਕੇ 336 ਅੰਕ ਤੇ ਵਿਰਾਜਮਾਨ ਇਹ ਸ਼ਬਦ ਤੀਸਰੀ ਪੰਕਤੀ ਦੇ ਅਰਥ ਜ਼ਰੂਰ ਕਰੇਗਾ। ਜਿਨ੍ਹਾਂ ਨਹੀਂ ਕਰਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਜਿਨ੍ਹਾਂ ਨੇ ਕਰਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ। ਤੁਹਾਡਾ ਫਾਇਦਾ ਹੈ, ਨਾ ਮੇਰਾ ਫਾਇਦਾ ਹੋਣਾ, ਨਾ ਮੇਰਾ ਨੁਕਸਾਨ, ਤੁਹਾਡੇ ਤੇ ਹੈ। ਖੈਰ, ਹੁਣ ਆ ਜਿਹੜੀ ਤੀਸਰੀ ਪੰਕਤੀ, ਇਹਦੇ ਅਰਥ ਤੁਸੀਂ ਹੁਣ ਘਰ ਜਾ ਕੇ ਖੁਦ ਕਰਨੇ ਨੇ। ਇਹ ਤੁਹਾਡੇ ਵਾਸਤੇ ਹੋ ਗਿਆ ਜੀ ਹੋਮਵਰਕ। ਹੁਣ ਇੱਕ ਛੋਟੀ ਜੀ ਗੱਲ ਹੋਰ, ਪਿੱਛੇ ਜੇ 3-4 ਦਿਨ ਪਹਿਲੇ ਮੇਰੇ ਤੋਂ ਇੱਕ ਵੀਰ ਪੁੱਛਦਾ ਕਿ ਵੀਰ ਜੀ ਮੈਨੂੰ ਇਹ ਦੱਸੋ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ। ਮਰਨ ਤੋਂ ਬਾਅਦ ਇਹਦੇ ਨਾਲ ਹੀ ਲਿੰਕ ਹੋਏਗਾ। ਆ ਜਿਹੜਾ ਸ਼ਬਦ ਆਪਾਂ ਵਿਚਾਰ ਕੀਤੇ ਹੈ ਨਾ, ਹਾਥੀ ਦੀ ਗੱਲ ਕੀਤੀ ਹੈ, ਬੰਦਰ ਦੀ, ਤੇ ਤੀਸਰਾ ਜਿਹੜਾ ਤੁਹਾਡਾ ਹੋਮਵਰਕ ਹੈ, ਕਰੇ ਜਾ ਕੇ ਤੁਸੀਂ ਪੜੋਗੇ, ਉਮੀਦ ਕਰਦਾ ਤੁਸੀਂ ਪੜੋਗੇ, ਤੋਤੇ ਦਾ ਉਦਾਹਰਨ, ਤੇ ਇਹਦੇ ਨਾਲ ਲਿੰਕ ਕਰਨ ਜਾ ਰਿਹਾ ਮੈਂ। ਇਸੇ ਕਰਕੇ ਜਿਹੜੀ ਪਿੱਛੇ ਜੇ 3-4 ਦਿਨ ਪਹਿਲੇ ਮੇਰੇ ਇੱਕ ਵੀਰ ਨਾਲ ਗੱਲ ਹੋਈ, ਕਹਿੰਦੇ ਵੀਰ ਜੀ ਇੱਕ ਗੱਲ ਦੱਸੋ, ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਗੁਰਬਾਣੀ ਵਿੱਚ 84 ਲੱਖ ਜੁਨਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਕੀ ਹੈਗੀਆਂ ਨੇ? ਮੈਂ ਕਿਹਾ ਯਾਰ ਮੇਰੇ ਤੋਂ ਕਿਉਂ ਪੁੱਛਦਾ, ਮੈਂ ਤੈਨੂੰ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੰਕਤੀ ਦੱਸ ਦੇਣਾ, ਤੂੰ ਖੁਦ ਜਾ ਕੇ ਪੜ੍ਹ ਲਈ, ਅਰਥ ਕਰ ਲਈ। ਇਹੀ ਸਵਾਲ ਜੋ ਵੀਰ ਨੇ ਮੇਰੇ ਤੋਂ ਪੁੱਛਿਆ, ਇਹੀ ਸਵਾਲ ਇੱਕ ਸਿੱਖ ਨੇ ਬਾਬੇ ਨਾਨਕ ਤੋਂ ਵੀ ਪੁੱਛਿਆ ਸੀ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ। ਮੈਂ ਇਹਦੇ ਨਾਲ ਫਿਰ ਤੋਂ ਲਿੰਕ ਕਰਾਂਗਾ ਜੋ ਵਿਚਾਰ ਚਲਦੀ ਪਈ ਹੈ। ਬਾਬੇ ਨਾਨਕ ਤੋਂ ਇੱਕ ਸਿੱਖ ਨੇ ਪੁੱਛਿਆ ਕਿ ਬਾਬਾ ਨਾਨਕ ਜੀ ਸਾਨੂੰ ਦੱਸੋ, ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਬਾਬਾ ਨਾਨਕ ਜੀ ਜਵਾਬ ਦਿੰਦੇ ਨੇ, ਇੱਕ ਦੱਜੈ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀਐ, ਇੱਕ ਪੀ ਫਿਰ ਹੱਸਣ ਆਏ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਇੱਕ ਦੱਜਾ ਹੈ, ਦੱਜੇ ਤੋਂ ਭਾਵ ਜਲਾ ਦਿੱਤਾ ਜਾਂਦਾ। ਜਦੋਂ ਬੰਦਾ ਮਰਦਾ ਹੈ, ਕਹਿੰਦੇ ਇੱਕ ਦੀ ਲਾਸ਼ ਨੂੰ ਜਲਾ ਦਿੱਤਾ ਜਾਂਦਾ ਹੈ, ਇੱਕ ਦੱਬੀਆ, ਇੱਕ ਨੂੰ ਦਫਨਾ ਦਿੱਤਾ ਜਾਂਦਾ ਹੈ, ਇੱਕ ਨਾ ਕੁੱਤੇ ਖਾਏ। ਜਿਹਦਾ ਸੰਸਕਾਰ ਨਹੀਂ ਹੁੰਦਾ ਜਿਹਦੀ ਲਾਸ਼ ਦਾ, ਉਹਦੀ ਲਾਸ਼ ਨੂੰ ਕੁੱਤੇ ਖਾਂਦੇ ਨੇ। ਕੁੱਤੇ ਦਾ ਮਤਲਬ ਸਿਰਫ ਕੁੱਤਾ ਨਹੀਂ ਹੈ, ਕੋਈ ਵੀ ਜਾਨਵਰ ਜੋ ਮਾਸਾਹਾਰੀ ਹੈ ਉਹ ਖਾ ਸਕਦਾ। ਜਿਹਦਾ ਸੰਸਕਾਰ ਨਹੀਂ ਹੋਇਆ, ਇੱਕ ਨੂੰ ਜਲਾ ਦਿੱਤਾ ਜਾਂਦਾ ਹੈ, ਇੱਕ ਨੂੰ ਦਫਨਾ ਦਿੱਤਾ ਜਾਂਦਾ ਹੈ।
ਇੱਕ ਦਾ ਮਾਸ ਕੁੱਤੇ ਜਾਂ ਜਾਨਵਰ ਮਾਸਾਹਾਰੀ ਜਿਨ੍ਹਾਂ ਦਾ ਸੰਸਕਾਰ ਨਹੀਂ ਹੁੰਦਾ ਉਹ ਖਾਂਦੇ ਨੇ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ। ਆ ਪਿੱਛੇ ਜੇ ਕਰੋਨਾ ਹੋਇਆ ਸੀ ਯੂਪੀ ਦੇ ਵਿੱਚ, ਵੇਖਿਆ ਕਿੰਨੀਆਂ ਲਾਸ਼ਾਂ ਗੰਗਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਆਏ। ਪਾਰਸੀ ਲੋਕ ਸੰਗਤ ਜੀ ਕੀ ਕਰਦੇ ਆ, ਇੱਕ ਖੱਡਾ ਖੋਦਦੇ ਆ ਜਿਹਨੂੰ ਇੰਗਲਿਸ਼ ਵਿੱਚ ਅਸੀਂ ਡਿੱਗ ਕਹਿੰਦੇ ਆ। ਇੱਕ ਖੱਡਾ ਖੋਦਦੇ ਆ ਤੇ ਉਹਦੇ ਵਿੱਚ ਲਾਸ਼ ਨੂੰ ਸੁੱਟ ਦਿੰਦੇ ਆ ਤੇ ਇੱਲਾਂ ਉਹਦਾ ਮਾਸ ਨੋਚ ਕੇ ਖਾਂਦੀਆਂ ਨੇ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਆਏ। ਹੱਸਣ ਤੋਂ ਭਾਵ ਪਾਰਸੀ ਲੋਕ ਜਿਵੇਂ ਆਪਣਾ ਸੰਸਕਾਰ ਕਰਦੇ ਆ। ਬਾਬਾ ਨਾਨਕ ਜੀ ਇਹ ਤਾਂ ਮੈਨੂੰ ਵੀ ਪਤਾ ਸੀ, ਮੈਨੂੰ ਇਹ ਦੱਸੋ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਤੇ ਬਾਬਾ ਨਾਨਕ ਜੀ ਕਹਿੰਦੇ, ਨਾਨਕ ਏਵ ਨਾ ਜਾਪਈ ਕਿੱਥੈ ਜਾਏ ਸਮਾਏ। ਬਾਬਾ ਨਾਨਕ ਜੀ ਕਹਿੰਦੇ, ਸਿੱਖਾ ਇੱਥੋਂ ਵੱਧ ਕੇ ਤਾਂ ਮੈਨੂੰ ਵੀ ਨਹੀਂ ਪਤਾ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ। ਤੇ ਸੋਚ ਕੇ ਦੇਖੋ ਸਾਨੂੰ ਕਿੰਨੀਆਂ, ਸਾਡਾ ਬਾਬਾ ਨਾਨਕ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਮੱਥਾ ਟੇਕਦੇ ਹਾਂ, ਉਹ ਕਹਿ ਰਹੇ ਨੇ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਮੈਨੂੰ ਪਤਾ ਹੀ ਨਹੀਂ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਉਤਰੈ। ਇਹ ਵਿਚਾਰ ਕਰਾਂਗੇ ਕਿਸੇ ਦਿਨ। ਇਹਦੇ ਨਾਲ ਨਾ ਇੱਕ ਵਾਰੀ ਜੋੜਨਾ, ਜਿਹੜੇ ਗੁਰਬਾਣੀ ਦੀ ਸੂਝ-ਬੂਝ ਰੱਖਦੇ ਨੇ ਉਹਨਾਂ ਦਾ ਦਿਮਾਗ ਇਸ ਪੰਕਤੀ ਤੇ, ਇਸ ਸ਼ਬਦ ਤੇ ਜ਼ਰੂਰ ਜਾਂਦਾ ਹੋਏਗਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਅੰਤ ਕਾਲ ਦੀ ਗੱਲਾਂ ਤੇ ਇੱਥੇ ਨਾ ਜਾਣਾ। ਖੈਰ, ਬਾਬਾ ਨਾਨਕ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਜਿਹਦੀ ਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ, ਉਹ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਮੈਨੂੰ ਨਹੀਂ ਪਤਾ। ਤੇ ਸਾਨੂੰ ਤਾਂ ਕਹਾਣੀਆਂ ਬਣਾ ਕੇ ਸੁਣਾਈਆਂ ਜਾ ਰਹੀਆਂ। ਜੇ ਅਗਰ ਤੂੰ ਇਹ ਕਰਦਾ ਹੋਇਆ ਮਰੇਗਾ ਤਾਂ ਤੂੰ ਇਸ ਜੂਨ ਵਿੱਚ ਪਾਏਗਾ, ਇਹ ਕਰਦਾ ਹੋਇਆ ਮਰੇਗਾ ਤਾਂ ਇਸ ਜੂਨ ਵਿੱਚ ਮਰੇਗਾ, ਜਾਏਗਾ ਅੱਗੇ। ਤਾਂ ਫਿਰ ਇਹ ਕੀ ਕਨਸੈਪਟ ਹੈ? ਬਾਬਾ ਨਾਨਕ ਜੀ ਕਹਿੰਦੇ ਮਰਨ ਤੋਂ ਬਾਅਦ ਮੈਨੂੰ ਪਤਾ ਨਹੀਂ ਸਿੱਖਾ, ਲੇਕਿਨ ਮੈਂ ਅੱਜ ਦੀ ਗੱਲ ਜ਼ਰੂਰ ਕਰਦਾ। ਅੱਜ ਦੀ ਗੱਲ ਮੈਂ ਜ਼ਰੂਰ ਕਰਦਾ। ਤੂੰ ਸੋਚਦਾ ਹੈ ਕਿ ਉਹ ਸਾਹਮਣੇ ਮੱਥਾ ਟੇਕਣ ਵਾਲਾ ਇੱਕ ਗੁਰਮੁਖ ਰੂਹ ਹੈ। ਮੈਂ ਤਾਂ ਉਹਦੀ ਸੁਰਤ ਵੇਖਦਾ, ਉਹਦੀ ਸੁਰਤ ਤਾਂ ਕਾਮ ਨਾਲ ਭਰੀ ਹੋਈ ਹੈ। ਮੈਂ ਇਹ ਨਹੀਂ ਕਹਿੰਦਾ, ਇਹ ਤੂੰ ਕਹਿੰਦਾ ਉਹ ਗੁਰਮੁਖ ਰੂਹ ਆ ਕੇ ਮੱਥਾ ਟੇਕ ਰਹੀ ਹੈ। ਮੈਂ ਤਾਂ ਕਹਿੰਦਾ ਉਹ ਦੇਖ ਹਾਥੀ ਆ ਗਿਆ, ਕਾਮ ਦੇ ਵਿੱਚ ਭਰਿਆ ਹਾਥੀ ਆ ਗਿਆ। ਉਹ ਦੇਖ ਮੱਥਾ ਟੇਕਣ ਆ ਰਿਹਾ ਹੈ, ਲਾਲਚੀ ਬੰਦਰ ਆ ਗਿਆ। ਮੈਂ ਤਾਂ ਅੱਜ ਦੀ ਗੱਲ ਕਰਦਾ ਪਿਆ। ਅਸੀਂ ਚਮੜੀ ਕਰਕੇ ਮਨੁੱਖਾ ਦੇਹੀ ਵਿੱਚ ਹੁੰਨੇ ਹਾਂ, ਸੁਰਤ ਕਰਕੇ ਕਦੀ ਅਸੀਂ ਬੰਦਰ ਦੀ ਜੂਨ ਭੋਗ ਰਹੇ ਹੁੰਨੇ ਹਾਂ, ਕਦੀ ਅਸੀਂ ਹਾਥੀ ਦੀ ਤੇ ਕਦੀ ਅਸੀਂ ਤੋਤੇ ਦੀ, ਕਦੀ ਅਸੀਂ ਕੁੱਤੇ ਦੀ। ਆ 84 ਲੱਖ ਜੂਨਾ ਉਹ ਮਰਨ ਤੋਂ ਬਾਅਦ ਕਿੰਨੇ ਵੇਖਿਆ? ਓਏ ਸਿੱਖਾ ਅੱਜ ਦਾ ਤਾਂ ਸਵਾਰ ਲੈ, ਆਪਣੀ ਮੱਤ ਸੁਰਤ ਦੇ ਅੰਦਰ ਚਾਤੀ ਮਾਰ ਕੇ ਦੇਖ ਕਿਹੜੀ ਜੂਨ ਭੋਗ ਰਿਹਾ ਹੈ। ਲਾਲਚੀ ਹੈ ਤਾਂ ਬੰਦਰ ਹੈ ਤੂੰ। ਬਾਬਾ ਨਾਨਕ ਤੈਨੂੰ ਬੰਦਰ ਕਹਿੰਦਾ ਹੈ। ਅਗਰ ਕਾਮੀ ਹੈ ਤੂੰ ਹਾਥੀ ਹੈ, ਲਾਲਚੀ ਹੈ ਕੁੱਤਾ ਵੀ ਕਹਿੰਦੇ ਨੇ, ਲੱਭ ਕੁੱਤਾ, ਕੂੜ ਚੂੜਾ। ਤੇ ਸਿੱਖਾ ਆਪਣੇ ਅੰਦਰ ਚਾਤੀ ਮਾਰ ਕੇ ਦੇਖ। ਸੋ ਇਹ ਸਭ ਬਾਤਾਂ ਉਹਨਾਂ ਵਾਸਤੇ ਸੀ ਜਿਨ੍ਹਾਂ ਨੇ ਗੁਨਾਹ ਦਾ ਤਾਰਨੀ ਵਿਖੇ ਬਾਚ ਹਰ ਰਾਜ ਸਮਝ ਮਨ ਬੋਰਾ ਰੇ। ਵਿਖੇ ਬਾਚ ਜੋ ਵਿਖ ਤੋਂ ਬਚੇ ਨਹੀਂ, ਉਹ ਕਿਹੜੀ ਜੂਨ ਭੋਗ ਰਹੇ ਹੈ? ਹਾਥੀ ਦੀ, ਤੋਤੇ ਦੀ। ਇਹ ਅਸੀਂ ਵਿਚਾਰਿਆ। ਉਹਨੇ ਗੁਰੂ ਸਾਹਿਬ ਸਾਨੂੰ ਇਹ ਵੀ ਦੱਸ ਦਿਓ, ਫਿਰ ਗੁਨਾਹ ਦਾ ਤਾਰਨੀ ਅਸੀਂ ਕਿਵੇਂ ਹੋਈਏ? ਸਾਡੇ ਤੋਂ ਤਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਬਚਿਆ ਨਹੀਂ ਜਾ ਰਿਹਾ। ਹੁਣ ਸਾਨੂੰ ਕੋਈ ਤਰੀਕਾ ਵੀ ਦੱਸ ਦਿਓ ਗੁਰੂ ਸਾਹਿਬ। ਕਬੀਰ ਸਾਹਿਬ ਕਹਿੰਦੇ ਮੈਂ ਤੈਨੂੰ ਤਰੀਕਾ ਵੀ ਦੱਸਾਂਗਾ, ਲੇਕਿਨ ਉਸ ਤੋਂ ਪਹਿਲਾਂ ਤੈਨੂੰ ਮੈਂ ਇੱਕ ਗੱਲ ਤੋਂ ਹੋਰ ਜਾਣੂ ਕਰਵਾ ਦਵਾਂ ਕਿ ਜੋ ਪ੍ਰਚਲਿਤ ਤਰੀਕੇ ਦੱਸੇ ਜਾਂਦੇ ਨੇ, ਜੋ ਕਿ ਪ੍ਰਚਲਿਤ ਤਰੀਕੇ ਸਾਡੀ ਸੋਸਾਇਟੀ ਦੇ ਵਿੱਚ ਸਾਨੂੰ ਦੱਸੇ ਜਾਂਦੇ ਨੇ। ਕੀ ਕਿਹਾ ਜਾਂਦਾ ਹੈ? ਅੱਛਾ ਜੀ ਤੂੰ ਪਾਪ ਕਮਾ ਲੈ, ਜਾ ਕੇ ਕਿਸੇ ਸਰੋਵਰ ਤੇ ਜਾ ਕੇ ਇਸ਼ਨਾਨ ਕਰ ਆ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਆ, ਕਿਸੇ ਨਦੀ ਦੇ ਵਿੱਚ ਜਾ ਕੇ ਇਸ਼ਨਾਨ ਕਰ ਆ। ਇਹ ਮੈਂ ਨਹੀਂ ਕਹਿ ਰਿਹਾ। ਨਾਵਨ ਕੋ ਤੀਰਥ ਕਨੇ, ਨਾਨ ਵਾਸਤੇ, ਇਸ਼ਨਾਨ ਕਰਨ ਵਾਸਤੇ ਲੋਕੀ ਤੈਨੂੰ ਕਹਿਣਗੇ ਅਗਰ ਤੇਰੀ ਮੱਤ ਤੂੰ ਪਾਪੀ ਬਣ ਗਿਆ ਹੈ ਤੇ ਤੇਰੇ ਤੋਂ ਕੋਈ ਗਲਤ ਕੰਮ ਹੋ ਗਏ ਨੇ, ਜਾ ਕੇ ਤੀਰਥਾਂ ਤੇ ਜਾ ਕੇ। ਅਸੀਂ ਕਰਦੇ ਹਾਂ ਨਾ ਸੰਗਤ ਜੀ ਇਦਾਂ, 68 ਤੀਰਥਾਂ ਤੇ ਜਾ ਕੇ, ਜਾਂ ਅਸੀਂ ਹਰਮੰਦਰ ਸਾਹਿਬ ਵਿੱਚ ਜਾ ਕੇ ਇਸ਼ਨਾਨ ਕਰਨਾ ਨਾ ਕਰਨਾ ਗੱਲ ਵੱਖਰੀ ਹੈ। ਦਿਮਾਗ ਦੇ ਵਿੱਚ ਇਹ ਸੋਚ ਕੇ ਜਾਣਾ ਕਿ ਮੇਰੇ ਕੀਤੇ ਹੋਏ ਪਾਪ ਦੁਵੀਚ ਜਾਣਗੇ, ਇਹ ਨਹੀਂ। ਪਰ ਇਹ ਮਤ ਪਾਪਾ ਕੈ ਸੰਗ, ਉਹ ਤੋਪੈ ਨਾਵੇਂ ਕੈ ਰੰਗ। ਨਾਨਾ ਇਸ਼ਨਾਨ ਕਰਨਾ ਮੁਬਾਰਕ ਹੈ, ਲੇਕਿਨ ਮਤ ਦੇ ਵਿੱਚ ਇਹ ਸੋਚ ਕੇ ਜਾਣਾ ਕਿ ਇਸ਼ਨਾਨ ਕਰਕੇ ਸਰੀਰ ਸਾਫ਼ ਹੋ ਸਕਦਾ ਹੈ
ਪਰਿਐ ਮਤ ਪਾਪਾ ਕੈ ਸੰਗ, ਉਹ ਤੋਪੈ ਨਾਵੇਂ ਕੈ ਰੰਗ। ਉਹ ਤਾਂ ਨਾਮ ਨਾਲ ਜੁੜ ਕੇ ਹੀ ਪਾਪ ਦਵੀਚਨੇ ਨੇ। ਕਬੀਰ ਸਾਹਿਬ ਕਹਿੰਦੇ ਨਾਵਨ ਕੋ ਤੀਰਥ ਗਣੇ, ਤੈਨੂੰ ਦੱਸਣਗੇ ਲੋਕੀ ਜਾ ਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈ। ਪੂਜਨ ਕੋ ਬੋ ਦੇਵ, ਤੈਨੂੰ ਕਹਿਣਗੇ ਦੇਵਤਿਆਂ ਨੂੰ ਪੂਜ ਲੈ। ਸਾਨੂੰ ਕਹਿੰਦੇ ਨੇ ਬਾਬਿਆਂ ਕੋਲ ਚਲਾ ਜਾ, ਜਗ੍ਹਾ ਜਗ੍ਹਾ ਤੇ ਜਾ ਕੇ ਦੀਵੇ ਬਾਲਿਆ। ਪੂਜਨ ਕੋ ਬੋ ਦੇਵ, ਤੈਨੂੰ ਜਗ੍ਹਾ ਜਗ੍ਹਾ ਦੀ ਪੂਜਾ ਤੇ ਲਗਾ ਦੇਣਗੇ। ਇਹ ਪ੍ਰਚਲਿਤ ਤਰੀਕੇ ਨੇ। ਅਸੀਂ ਸਾਡੇ ਸੰਗਤ ਜਿਹੜੀ ਬੈਠੀ ਹੈ, ਸਾਡੇ ਵਿੱਚੋਂ ਕਈ ਜਾਂਦੇ ਵੀ ਹੋਣਗੇ। ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅੱਗੇ ਟੇਕਦੇ ਆ, ਫਿਰ ਵੀ ਭੁਲੇਖੇ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਦੱਸਿਆ ਨਹੀਂ ਗਿਆ। ਸਾਡੀ ਗਲਤੀ ਨਹੀਂ ਹੈ, ਸਾਨੂੰ ਦੱਸਿਆ ਨਹੀਂ ਗਿਆ, ਸਾਨੂੰ ਪੜ੍ਹਾਇਆ ਹੀ ਹੈ ਗਿਆ। ਲੇਕਿਨ ਕਬੀਰ ਸਾਹਿਬ ਨੇ ਗੱਲ ਕਲੀਅਰ ਕਰਤੀ। ਫਿਰ ਮੈਂ ਕਹਿ ਰਿਹਾ ਸੰਗਤ ਜੀ, ਖੁਦ ਬਾ ਖੁਦ ਮੇਰੀ ਕਈ ਹੋਈਆਂ ਬਾਤਾਂ ਥੋੜੀਆਂ ਕੌੜੀਆਂ ਲੱਗ ਸਕਦੀਆਂ ਨੇ। ਇੰਜੈਕਸ਼ਨ ਹੁੰਦਾ ਨਾ ਸੰਗਤ ਜੀ, ਇੰਜੈਕਸ਼ਨ ਉਹ ਇੱਕ ਵਾਰੀ ਲੱਗਦਾ ਹੈ ਨਾ, ਜਦੋਂ ਦਰਦ ਬਹੁਤ ਹੁੰਦੀ ਹੈ, ਲੇਕਿਨ ਅਸਰ ਬੜੀ ਜਲਦੀ ਹੁੰਦਾ ਹੈ। ਇਹ ਇੰਜੈਕਸ਼ਨ ਹੀ ਲਗਾ ਰਹੇ ਨੇ ਕਬੀਰ ਸਾਹਿਬ। ਤੇ ਦੂਜੀ ਗੱਲ, ਇਹ ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਸਿਰਫ ਅਰਥ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ। ਇੰਜੈਕਸ਼ਨ ਜਿੰਨੇ ਲਗਵਾਣਾ ਉਹ ਲਗਵਾ ਲਿਓ। ਜਿੰਨੇ ਮੈਨੂੰ ਬਾਅਦ ਵਿੱਚ ਜਾ ਕੇ ਕੁਝ ਕਹਿਣਾ ਕਿ ਯਾਰ ਤੂੰ ਮੇਰੇ ਬਾਬੇ ਬਾਰੇ ਜਾਂ ਇਦਾਂ ਕਹਿਤਾ ਉਦਾਂ, ਉਹ ਫਿਰ ਕਬੀਰ ਸਾਹਿਬ ਨਾਲ ਸਿੱਧੀ ਗੱਲ ਕਰਨਾ, ਕਿਉਂਕਿ ਇਹ ਪੰਕਤੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੁਸੀਂ ਮੱਥਾ ਟੇਕਦੇ ਹੋ, ਉੱਥੇ ਵਿਰਾਜਮਾਨ ਨੇ। ਮੇਰੇ ਕੋਲ ਨਾ ਸਿੱਧਾ ਕਬੀਰ ਸਾਹਿਬ ਦੇ ਮੈਂ ਤਾਂ ਦੱਸ ਦੂੰਗਾ। ਆ ਲਓ ਜੀ, ਗੁਰਬਾਣੀ ਸਰਚਰ ਖੋਲੋ, 336 ਅੰਕ ਤੇ ਇਹ ਸ਼ਬਦ ਵਿਰਾਜਮਾਨ ਹੈ। ਮੈਂ ਤਾਂ ਦੱਸ ਰਿਹਾ, ਕੋਈ ਦੱਸਦਾ ਨਹੀਂ, ਦਿੱਕਤ ਇਹ ਹੈ। ਤੇ ਹੁਣ ਕਬੀਰ ਸਾਹਿਬ ਨੇ ਦੱਸਦੇ ਪ੍ਰਚਲਿਤ ਤਰੀਕੇ। ਨਾਵਨ ਕੋ ਤੀਰਥ ਗਨੇ, ਮਨ ਬੋਰਾ ਰੇ, ਪੂਜਨ ਕੋ ਬਹੁ ਦੇਵ, ਕਹਿਤ ਕਬੀਰ ਛੂਟਨ ਨਹੀਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁੱਟ ਨਹੀਂ ਸਕੇਗਾ। तेरा मन चढ़दी कला वाला नहीं बन पाएगा। तू चिंता मुक्त होके जीवन व्यतीत नहीं कर पाएगा। कहे कबीर छूटन नहीं मन बोरा रे, छूटन हर की सेव, छूटन हर की सेव, छूटन हर की सेव, छूटन हर की सेव। अगर छुटना चाहना है ते हरि दी सेवा करनी पएगी। कोई शॉर्टकट ना पाल, धागे बन के दीवे बाल के बाबिया कोल जाके 40 दिन नंगे पैरी गुरुद्वारे चालीसे कट के मसिया नहा के, ये शॉर्टकट ना पाल। छूटन हर की सेव, तेनू हरि दी सेवा करनी पएगी। गुर की बाणी गुरते जाती, हरि दी सेवा तो पाव। गुर की सेवा शब्द विचार, गुर की सेवा शब्द विचार, गुर की सेवा शब्द विचार, गुर की सेवा शब्द। गुरु दी सेवा करन तो पाव की है, गुरु दी सेवा करनी। सेवा तो पाव शब्द दी विचार करनी। गुर की सेवा शब्द विचार। ते शब्द विचार ये नहीं अर्थ समझ ले ना जी ना। अर्थ समझन तो बाद जो टीचिंग जो सिक्ख्या सानू मिली है उसनू अपने अमली जीवन विच धारण करना है। जे अगर तू कामी है छड्ड दे, जे अगर तू लालची है छड्ड दे, बेदावा पढ़वा ले। सिक्ख्या मननी पएगी। ते जदों तू सिक्ख्या मनी, खुद ब खुद तेरी मत सुरत दे विच गुण आ जाणगे। ते जिस दिन गुण आ गए उस दिन सिक्खा सोची तू सिमरन किता है। उस दिन सोची सिक्खा तू भगती कीती है। विन गुण कीते भगत ना होए, विन गुण कीते भगत ना होए, विन गुण कीते भगत ना होए, विन गुण कीते भगत ना। बिना गुणा दे तारनी होया भगती कीती जा ही नहीं सकती। सो संगत जी ये सी अज कबीर साहब जी ने जो सीधा सीधा जो इन्हां अवगुणां दे विच इन्हां अवगुणां नाल परे होए ने, सीधा सीधा मैं तां कहना जी सीधा उन्हां ते चपेड़ां पईयां, सीधा। क्योंकि कई शब्द इहो जिहे हुंदे ने सीधा बातां करके ते छड्ड दईए, बेदावे फड़वा लईए। जे अगर साडे अंदर काम दा असीं बेदावा लिखिया होया है, फड़वा लईए। सो संगत जी ये तां बात होई थियोरिटिकल, गुरबाणी दे विचों असीं थ्योरी पढ़ी। हुण एक लास्ट बात जो आपां करन जा रहे हां, एक कविता राही ये प्रैक्टिकली आज ये थ्योरी सी जो असीं समझिया कि थियोरिटिकली असीं टीचिंग्स नूं सिੱਖਿਆ ਨੂੰ ਧਾਰਨ करके अपनी मत सुरत नूं
ਗੁਣਵਾਨ ਬਣਾ ਸਕਦੇ ਹਾਂ। ਇਹ ਅਸੀਂ ਪੜ੍ਹਿਆ ਕਬੀਰ ਸਾਹਿਬ ਤੋਂ। ਤੇ ਹੁਣ ਅਸੀਂ ਇਤਿਹਾਸ ਦੇ ਵਿੱਚੋਂ ਪ੍ਰੈਕਟੀਕਲੀ ਇੱਕ ਛੋਟੀ ਜੀ ਕਵਿਤਾ ਹੈ ਭਾਈ ਵੀਰ ਸਿੰਘ ਦੀ। ਹੁਣ ਸੰਗਤ ਜੀ ਆਪਣੀ ਆ ਕਵਿਤਾ ਇਹ ਜਿਹੜਾ ਪਰਚਾ ਅਸੀਂ ਵੰਡਿਆ ਹੈ ਇਹ ਹੁਣ ਤੁਸੀਂ ਓਪਨ ਕਰ ਸਕਦੇ ਹੋ। ਅਸੀਂ ਪੂਰੀ ਕਵਿਤਾ ਤਾਂ ਨਹੀਂ ਪੜਾਂਗੇ, ਇਹ ਤੁਸੀਂ ਜੀ तीसरे पेज पे आ जाओ। ऊपर लिखा 29 29 नंबर कवि की कहता है। ਇਹ ਹਜੇ ਤੱਕ ਅਸੀਂ ਥਿਓਰੀਟੀਕਲ ਸਮਝਿਆ ਤੇ ਹੁਣ ਅਸੀਂ ਪ੍ਰੈਕਟੀਕਲੀ ਵੇਖਣਾ ਹੈ ਕਿ ਕਿਵੇਂ ਸਿੱਖ ਇਤਿਹਾਸ ਦੇ ਵਿੱਚ ਵਿਦਾਵੇ ਫੱਟੇ ਸੀ। ਹੁਣ ਸੰਗਤ ਜੀ ਇਹ ਕਵਿਤਾ ਆਰੰਭ ਕਰਨ ਤੋਂ ਪਹਿਲਾਂ ਆਪਣੀ ਸੁਰਤ ਉਸ ਮੁਕਤਸਰ ਸਾਹਿਬ ਲੈ ਜਾਓ। ਉਹ 40 ਸਿੱਖ ਸ਼ਹੀਦ ਜਿਹੜੇ ਉਸ ਮੁਕਤਸਰ ਸਾਹਿਬ ਹੋਏ ਸੀ ਤੇ ਕਿਉਂ ਜੀ ਸਿਚੁਏਸ਼ਨ ਹੈ, ਕਿਉਂ ਜਿਹਾ ਇਨਵਾਇਰਨਮੈਂਟ ਬਣਿਆ ਹੋਇਆ ਹੈ। ਉੱਥੇ ਕੁਝ ਸਿੱਖ ਸ਼ਹੀਦ ਹੋ ਚੁੱਕੇ ਨੇ ਤੇ ਕੁਝ ਸਿੱਖ ਮਹਾ ਸਿੰਘ ਵਰਗੇ ਆਪਣੇ ਆਖਰੀ ਸਵਾਸ ਲੈ ਰਹੇ ਨੇ, ਆਖਰੀ ਸਵਾਸ। ਤੇ ਅੰਦਰ ਕੀ ਸੋਚ ਰਹੇ ਨੇ, ਕਾਸ਼ ਕਲਗੀਧਰ ਪਿਤਾ, ਕਾਸ਼ ਕਲਗੀਧਰ ਪਿਤਾ ਆਖਰੀ ਵਾਰੀ ਸਵਾਸ ਮੁੱਕਣ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਮੈਨੂੰ ਹੋ ਜਾਣ ਤੇ ਮੈਂ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਕੇਰਾ ਪਿਆ ਹੋਇਆ ਸੀ ਉਹਨਾਂ ਨੂੰ ਬੇਦਾਵਾ ਲਿਖ ਕੇ ਆ ਗਿਆ ਸੀ ਕਿ ਮੈਂ ਤੇਰਾ ਸਿੱਖ ਨਹੀਂ ਤੇ ਤੂੰ ਮੇਰਾ ਗੁਰੂ ਨਹੀਂ। ਕਾਸ਼ ਕਲਗੀਧਰ ਪਿਤਾ ਦੇ ਮੈਨੂੰ ਦਰਸ਼ਨ ਹੋ ਜਾਣ ਜਾਂਦੀ ਵਾਰੀ ਤੇ ਮੈਂ ਆਪਣਾ ਬੇਦਾਵਾ ਫੜਵਾ ਲਵਾਂ। ਤੇ ਉੱਥੇ ਲੈ ਜਾਓ ਆਪਣੀ ਮਤ ਸੁਰਤ। ਕਿਆ ਬਾ ਕਮਾਲ ਹੀਰੇ ਪਰੋ ਰੱਖੇ ਨੇ ਭਾਈ ਵੀਰ ਸਿੰਘ ਜੀ ਨੇ। ਸੰਗਤ ਜੀ ਆਓ ਸਰਵਣ ਕਰੀਏ ਤੇ ਫਿਰ ਸਮਾਪਤੀ ਹੈ ਜੀ। ਇਸ ਸੋਚ ਦੇ ਵਿੱਚ ਸਿੱਖ ਸੀਗਾ ਪਿਆ ਕਾਇਲ ਲੋਟਦਾ, ਦੁੱਖ ਆਪਣੇ ਚਿੱਤ ਨਾਹੀ ਕੌਮ ਮੇਲਣ ਲੋਚਦਾ। ਇਹ ਸੰਗਤ ਜੀ ਭਾਈ ਵੀਰ ਸਿੰਘ ਜੀ ਭਾਈ ਮਹਾ ਸਿੰਘ ਨੂੰ ਸੰਬੋਧਿਤ ਕਰਦੇ ਪਏ ਨੇ, ਜੋ ਆਪਣੇ ਆਖਰੀ ਸਵਾਸ ਲੈ ਰਿਹਾ ਹੈ। ਜ਼ਮੀਨ ਤੇ ਪਿਆ ਹੈ, ਸਿਰ ਥੱਲੇ ਜ਼ਮੀਨ ਤੇ ਲੱਗਿਆ ਹੋਇਆ ਹੈ, ਖੂਨ ਚੀਸਾਂ ਦੇ ਵਿੱਚੋਂ ਖੂਨ ਨਿਕਲਦਾ ਪਿਆ ਹੈ। ਭਾਈ ਮਹਾ ਸਿੰਘ ਨੂੰ ਭਾਈ ਵੀਰ ਸਿੰਘ ਜੀ ਸੰਬੋਧਿਤ ਕਰਦੇ ਨੇ। ਧਿਆਨ ਦਿਆ ਜੇ। ਦੁੱਖ ਆਪਣੇ ਚਿੱਤ ਨਾਹੀ ਕੌਮ ਮੇਲਣ ਲੋਚਦਾ, ਜਾਨ ਟੁੱਟਣੀ ਕੁੜਕ ਮੁੜਦੀ ਸਿੱਖ ਨੂੰ ਪਰਵਾਨ ਨਾ। ਜਾਨ ਕਿਵੇਂ ਸਿੱਖੀ ਜਾਏ ਬਖਸ਼ੀ ਰੜਕਦੀ ਏ ਚਾਹੇ ਨਾ। ਮੇਲ ਜਾਵਾ ਕੰਮ ਟੁੱਟੀ ਆਪ ਪਹਿਲੇ ਮਰਨ ਤੋਂ, ਰਹੇ ਨਾਹੀ ਵਿਛੜ ਸਿੱਖੀ ਗੁਰੂ ਸੰਦੀ ਸ਼ਰਨ ਤੋਂ। ਬਿਨੇ ਕਰਦਾ ਗੁਰੂ ਅੱਗੇ ਪਿਆ ਤਰ ਸਿਰ ਮੂਦ ਹੈ, ਲਹੂ ਵਗਦਾ ਫਟ ਚੀਸਣ ਪਰ ਨਾ ਇਸ ਦੀ ਸੂਤ ਹੈ। ਕਹਿੰਦੇ ਜੀ ਭਾਈ ਵੀਰ ਸਿੰਘ ਜੀ ਕਹਿੰਦੇ ਬਿਨੈ ਕਰਦਾ ਗੁਰੂ ਅੱਗੇ ਪਿਆ ਤਰ ਸਿਰ ਮੂਦ ਹੈ, ਲਹੂ ਵਗਦਾ ਪਿਆ ਹੈ, ਸਰੀਰ ਦੇ ਵਿੱਚੋਂ ਲਹੂ ਵਗਦਾ ਪਿਆ ਹੈ। ਇਸ ਦੀ ਪਰਵਾਹ ਨਹੀਂ ਉਸ ਭਾਈ ਮਹਾ ਸਿੰਘ ਨੂੰ। ਪਰਵਾਹ ਕਿਸ ਚੀਜ਼ ਦੀ ਹੈ? ਸੂਦ ਹੈ ਇਸ ਬਾਤ ਸੰਦੀ, ਦਰਸ਼ ਗੁਰ ਦਾ ਪਾਲਵਾ। ਮੇਰੇ ਸਵਾਸ ਨਾ ਕਿੱਥੇ ਮੁੱਕ ਜਾਣ, ਜਾਂਦੀ ਵਾਰੀ ਗੁਰੂ ਦੇ ਦਰਸ਼ਨ ਪਾਲਵਾ। ਸਾਰੇ ਸਰੀਰ ਦੇ ਵਿੱਚੋਂ ਲਹੂ ਟਪਕਦਾ ਪਿਆ ਹੈ, ਕਿੰਨੇ ਫੱਟ ਲੱਗੇ ਪਏ ਨੇ, ਸਾਰਾ ਸਰੀਰ ਚੀਰ ਫਾੜ ਹੋ ਰੱਖਿਆ ਹੈ। ਪਰਵਾਹ ਨਹੀਂ ਕਿੰਨੀ ਦਰਦ ਹੋ ਰਹੀ ਹੈ, ਕੋਈ ਪਰਵਾਹ ਨਹੀਂ। ਪਰਵਾਹ ਕਿਸ ਬਾਤ ਦੀ ਹੈ? ਜਾਂਦੀ ਵਾਰੀ ਇੱਕ ਵਾਰੀ ਮੈਂ ਆਪਣੇ ਗੁਰੂ ਦੇ ਦਰਸ਼ਨ ਪਾ ਲਵਾਂ ਤੇ ਜਿਹੜਾ ਬੇਦਾਵਾ ਲਿਖਿਆ ਸੀ ਉਹ ਗੁਰੂ ਸਾਹਿਬ ਪਾੜ ਦੇਣ। ਸੂਦ ਇਹ ਬਾਤ ਸੰਦੀ ਦਰਸ਼ ਗੁਰ ਦਾ ਪਾਲਵਾ, ਚਰਨ ਪਕੜਾ ਗੁਰੂ ਕੇਰੇ ਪੰਥ ਨੂੰ ਬਖਸ਼ਾ
ਇਤਿਹਾਸਕਾਰ ਸੰਗਤ ਜੀ ਲਿਖਦੇ ਨੇ ਕਿ ਜਦੋਂ ਇਹ 40 ਸਿੱਖ ਲੜਦੇ ਪਏ ਨੇ ਤੇ ਗੁਰੂ ਸਾਹਿਬ ਉੱਚੀ ਜੀ ਜਗ੍ਹਾ ਤੇ ਬੈਠ ਕੇ ਦੇਖਦੇ ਪਏ ਨੇ ਕਿ ਕਿਵੇਂ ਮੇਰੇ 40 ਸਿੱਖ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਪਏ ਨੇ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਉਸ ਉੱਚੀ ਜੀ ਜਗ੍ਹਾ ਤੋਂ ਉਤਰਦੇ ਹੋਏ ਉਹਨਾਂ ਸਿੱਖਾਂ ਕੋਲ ਜਾਂਦੇ ਨੇ ਤੇ ਦੇਖਦੇ ਨੇ ਇੱਕ ਸਿੱਖ ਕੋਲ ਜਾਂਦੇ ਨੇ, ਆ ਮੇਰਾ ਸਿੱਖ ਸ਼ਹੀਦ ਹੋਇਆ ਪਿਆ ਹੈ। ਦੇਖਿਆ ਇਸ ਸਿੱਖ ਨੂੰ ਇੱਕ ਫੱਟ ਲੱਗਿਆ ਹੈ, ਉਹਨੂੰ ਸਿਰਪਾਓ ਦਿੰਦੇ ਨੇ ਕਿ ਇਹ ਮੇਰਾ ਇੱਕ ਹਜ਼ਾਰੀ ਸਿੱਖ ਹੈ। ਅੱਗੇ ਜਾਂਦੇ ਨੇ ਦੂਸਰੇ ਸਿੱਖ ਨੂੰ ਵੇਖਦੇ ਨੇ, ਉਹਦੇ ਸਰੀਰ ਤੇ 5 ਫੱਟ ਲੱਗੇ ਨੇ ਤੇ ਉਹਨੂੰ ਸਿਰਪਾਓ ਦਿੰਦੇ ਨੇ ਪਿਆਰ ਨਾਲ ਕਿ ਇਹ ਮੇਰਾ 5000 ਹੀ ਸਿੱਖ ਹੈ। ਇਦਾਂ ਇਦਾਂ ਕਰਦੇ ਸਾਰਿਆਂ ਨੂੰ ਖਿਤਾਬ ਦਿੰਦੇ ਜਾ ਰਹੇ ਨੇ। ਪਿਆਰ ਦੇ ਹਰ ਸਿੱਖ ਨੂੰ ਜੋ ਸਕਿਆ ਸੀਗਾ ਮਾਰਿਆ, ਉਹ ਪੰਥ ਪਾਲਕ ਗੁਰੂ ਪਿਆਰੇ ਪਿਆਰ ਸਾਰਿਆਂ ਨੂੰ ਪਿਆਰ ਕਰਦੇ ਜਾ ਰਹੇ ਨੇ। ਪਿਆਰ ਦੇ ਹਰ ਸਿੱਖ ਨੂੰ ਜੋ ਗਿਆ ਸੀਗਾ ਮਾਰਿਆ, ਆ ਸਹਿਕ ਦੇ ਪਾਸ ਬੈਠੇ ਲਹੂ ਪੂਜਨ ਚਿਹਰਿਓ, ਗਰਦ ਚਾੜਨ ਆਪ ਹੱਥੀ ਤਨ। ਵਾਹ ਮੇਰੇ ਕਲਗੀਧਰ ਪਾਤਸ਼ਾਹ, ਵਾਹ ਵਾਹ। ਕਹਿੰਦੇ ਜੀ ਭਾਈ ਵੀਰ ਸਿੰਘ ਜੀ ਕਹਿੰਦੇ ਹੌਲੀ ਹੌਲੀ ਕਰਦੇ ਉਹ ਭਾਈ ਮਹਾ ਸਿੰਘ ਜੀ ਕੋਲ ਆ ਗਏ। ਭਾਈ ਮਹਾ ਸਿੰਘ ਜੀ ਦਾ ਸਿਰ ਆਪਣੀ ਗੋਦ ਤੇ ਰੱਖਿਆ ਮੇਰੇ ਸੱਚੇ ਪਿਤਾ ਕਲਗੀਧਰ ਪਾਤਸ਼ਾਹ ਨੇ। ਉੱਥੇ ਲੈ ਜਾਓ ਆਪਣੀ ਅਵਸਥਾ। ਗੋਦ ਆਪਣੀ ਸਿੱਖ ਸੰਦੇ ਆਪ ਸਿਰ ਨੂੰ ਰੱਖਿਆ, ਪਿਆਰ ਦੇ ਕੇ ਨੈਣ ਖੋਲੇ ਬਿਰਦ ਆਪਣਾ ਰੱਖਿਆ। ਨੈਣ ਖੋਲੇ ਦੇਖਦੇ ਹੈ ਸਿੱਖ ਪੂਰੀ ਗਈ ਹੈ, ਚਿੱਤ ਜੋ ਮੈਂ ਚਿੱਤ ਵਦਾਸਾ ਚਿੱਤ ਬਨੀਓ ਲਈ। ਭਾਈ ਵੀਰ ਸਿੰਘ ਜੀ ਕਹਿੰਦੇ ਜਦੋਂ ਕਲਗੀਧਰ ਪਿਤਾ ਨੇ ਭਾਈ ਮਹਾ ਸਿੰਘ ਨੂੰ ਉਹਦਾ ਸਿਰ ਆਪਣੀ ਗੋਦੀ ਤੇ ਰੱਖਿਆ ਤੇ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ। ਭਾਈ ਮਹਾ ਸਿੰਘ ਕਹਿੰਦੇ ਚਿੱਤ ਜੋ ਮੈਂ ਚਿੱਤ ਵਦਾਸਾਂ, ਜੋ ਮੈਂ ਸੋਚਦਾ ਸੀ ਕਾਸ਼ ਕਲਗੀਧਰ ਪਿਤਾ ਦੇ ਜਾਂਦੀ ਵਾਰੀ ਦਰਸ਼ਨ ਹੋ ਜਾਣ। ਕਹਿੰਦੇ ਉਹ ਮੇਰੀ ਚਿਤਵਨੀ, ਉਹ ਮੇਰੀ ਮੰਗ ਪੂਰੀ ਹੋ ਗਈ ਹੈ। ਅੱਖ ਦੇ ਦਿਲ ਵਿੱਚ ਗੁਰ ਦਾ ਰੂਪ ਹੈ ਪ੍ਰਕਾਸ਼ ਦਾ, ਮਿਹਰ ਦਾ ਝਲਕਾਰ ਹੈ ਪ੍ਰੇਮ ਰੰਗ ਵਿਗਾਸ ਦਾ। ਗੁਰੂ ਹੋਏ ਪਹਿਬਲ ਕਹਿਨ ਪਿਆਰੇ, ਮੰਗ ਜੋ ਤੂੰ ਚਾਹੇ ਹੈ, ਚਾਹੇਗਾ ਸੋ ਪਾਹੇਗਾ, ਕਰ ਮੈਂਡੜੇ ਨਹੀਂ ਕਲਗੀਧਰ ਪਿਤਾ ਕਹਿੰਦੇ ਓਏ ਸਿੱਖਾ ਬੜੀ ਕਮਾਈ ਕੀਤੀ ਹੈ, ਬੜੀ ਕਮਾਈ ਕੀਤੀ ਹੈ। ਅੱਜ ਮੰਗ ਲੈ ਜੋ ਤੂੰ ਮੰਗਦਾ ਹੈ, ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਅੱਜ ਮੇਰੇ ਘਰ ਦੇ ਵਿੱਚ ਨਾ ਨਹੀਂ ਹੈ, ਜੋ ਮੰਗਣਾ ਹੈ ਮੰਗ ਲੈ। ਅੱਗੋਂ ਕੀ ਕਹਿੰਦੇ ਨੇ ਭਾਈ ਮਹਾ ਸਿੰਘ? ਉਸ ਤਨ ਮੁਖ ਸਿੱਖ ਤਨ ਤੋਂ ਬਲਿਹਾਰ ਹੋਵੇ ਖਾਲਸਾ, ਉਹ ਬੁੱਲ ਖੋਲੇ ਅੰਤ ਦੇ, ਉਹ ਬੋਲਦੇ ਕੀ ਖਾਲਸਾ। ਆਖ ਦੇ ਕੀ ਬੁੱਲ ਪਾਵਨ, ਬੋਲਦੇ ਕੀ ਪੈਨ ਹੈ, ਉਸ ਬੋਲਨੇ ਦਾ ਖਾਲਸਾ ਜੀ ਅੱਜ ਸਾਨੂੰ ਚੈਨ ਹੈ। ਉਹ ਬੁੱਲ ਮਿਟਨੇ ਪਹਿਲਿਓ ਕੀ ਬੋਲਦੇ ਸਨ ਸੋਹਣਾ, ਉਹ ਬੋਲਣਾ ਸੀ ਅੰਤ ਦਾ, ਅਤ ਪਿਆਰ ਦਾ ਮਨ ਮੋਹਣਾ। ਦੋ ਹੱਥ ਨਿਰਪਲ ਨਾਲ ਜੁੜਦੇ, ਅੱਖੀਆਂ ਵਿਰਲਾਪ ਕੇ ਇਹ ਮਧੁਰ ਬੋਲੀ ਬੋਲਦੇ, ਤੇ ਰਾਗ ਮੇਲ ਅਲਾਪ ਕੇ ਇਹ ਬਿਨੇ ਆਖਣ ਗੁਰੂ ਅੱਗੇ ਵਾਜ ਸੁਣ ਨਾ ਜਾਵਦੀ। ਕੰਨ ਨੀਵੇਂ ਗੁਰੂ ਕਰਦੇ ਵਾਜ ਕੀ ਹੈ। ਕਲਗੀਧਰ ਪਿਤਾ ਜੀ ਕਹਿੰਦੇ ਓਏ ਸਿੱਖਾ ਤੂੰ ਬੋਲਦਾ ਕਿਉਂ ਨਹੀਂ ਪਿਆ?
ਕਿਤੇ ਹੋਲੀ ਤਾਂ ਨਹੀਂ ਬੋਲਦਾ ਪਿਆ। ਕਲਗੀਧਰ ਪਿਤਾ ਆਪਣਾ ਕੰਨ ਨੀਵਾ ਕਰਦੇ ਨੇ, ਭਾਈ ਮਹਾ ਸਿੰਘ ਕੋਲ ਲੈ ਕੇ ਜਾਂਦੇ ਨੇ ਕਿ ਭਾਈ ਮਹਾ ਸਿੰਘ ਮੰਗਦਾ ਕਿਉਂ ਨਹੀਂ ਪਿਆ? ਅੱਜ ਇੱਥੇ ਨਾ ਨਹੀਂ ਹੋਣੀ, ਮੰਗ ਲੈ ਜੋ ਮੰਗਣਾ ਹੈ। ਤੇ ਅੱਗੋਂ ਭਾਈ ਮਹਾ ਸਿੰਘ ਕੀ ਮੰਗਦੇ ਨੇ ਸੰਗਤ ਜੀ? ਟੁੱਟੜੀ ਨੂੰ ਮੇਲ ਲੇਵੋ, ਕੰਡ ਲੇਵੋ ਵਿਛੜੀ, ਬੇਦਾਵ ਪੱਤਰ ਪਾੜ ਸੁੱਟੋ, ਕੱਜ ਲੇਵੋ। ਕਲਗੀਧਰ ਪਿਤਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ। ਜਿਹੜਾ ਮੈਂ ਬੇਦਾਵਾ ਲਿਖ ਕੇ ਆਇਆ ਸੀ, ਹੱਥ ਜੋੜ ਕੇ ਬੇਨਤੀ ਹੈ ਉਹ ਪੱਤਰ ਫਾੜ ਦੋ। ਮੈਂ ਬਹੁਤ ਵੱਡੀ ਗਲਤੀ ਕਰਕੇ ਆ ਗਿਆ ਸੀ। ਮੈਂ ਲਿਖਾਇਆ ਸੀ ਮੈਂ ਤੇਰਾ ਸਿੱਖ ਨਹੀਂ ਤੇ ਤੂੰ ਮੇਰਾ ਗੁਰੂ ਨਹੀਂ। ਹੱਥ ਜੋੜ ਕੇ ਬੇਨਤੀ ਹੈ ਕਲਗੀਧਰ ਪਿਤਾ, ਸਿੱਖ ਕੀ ਮੰਗਦਾ ਪਿਆ ਜਾਂਦੀ ਵਾਰੀ? ਉਹ ਪੱਤਰ ਫਾੜ ਦੋ, ਉਹ ਪੱਤਰ ਫਾੜ ਦੋ। ਕਲਗੀਧਰ ਪਿਤਾ ਕਹਿੰਦੇ ਤੂੰ ਤਾਂ ਸਾਰੀਆਂ ਲਿਮਿਟ ਕ੍ਰੋਸ ਕਰ ਗਿਆ ਹੈ। ਜਾਂਦੀ ਵਾਰੀ ਵੀ ਅੱਜ ਤੂੰ ਮੰਗ ਸਕਦਾ ਸੀ ਕਿ ਮੈਨੂੰ ਜੀਵਨ ਦਾਤ ਬਖਸ਼ ਦੋ, ਤੂੰ ਨਹੀਂ ਮੰਗਿਆ। ਤੂੰ ਤਾਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਗੁਰੂ ਦਿਆ ਸਿੱਖਾ। ਆਪਣੇ ਕਮਰ ਕੱਸੇ ਦੇ ਵਿੱਚ ਉਹ ਬੇਦਾਵ ਪੱਤਰ ਰੱਖਿਆ ਹੋਇਆ ਸੀ। ਪਹਿਲੇ ਸਿੱਖ ਨੂੰ ਦਿਖਾਇਆ, ਭਾਈ ਮਹਾ ਸਿੰਘ ਇਸ ਪੱਤਰ ਤੇ ਤੇਰੇ ਸਾਈਨ ਹੈ, ਤੇਰੇ ਹਸਤਾਖਰ ਹੈ, ਆ ਵੇਖ। ਕਲਗੀਧਰ ਪਿਤਾ ਨੇ ਸਾਈਨ ਨਹੀਂ ਸੀ ਕੀਤੇ। ਮੈਨੂੰ ਵਿਸ਼ਵਾਸ ਸੀ ਮੇਰਾ ਸਿੱਖ ਵਾਪਿਸ ਇੱਕ ਦਿਨ ਜ਼ਰੂਰ ਆਏਗਾ। ਮੈਨੂੰ ਆਪਣੇ ਅੰਮ੍ਰਿਤ ਤੇ ਵਿਸ਼ਵਾਸ ਸੀ, ਮੇਰਾ ਅੰਮ੍ਰਿਤ ਇੰਨਾ ਕਮਜ਼ੋਰ ਨਹੀਂ ਹੋ ਸਕਦਾ। ਅੱਲਾ ਤੇਰੇ ਸਾਹਮਣੇ ਬੇਦਾਵ ਪੱਤਰ ਕੱਢਿਆ ਤੇ 2 ਫਾਰ ਕੱਢ ਕੇ ਪਰਾ ਸੁੱਟ ਦਿੱਤਾ। ਫਿਰ ਲਾਏ ਛਾਤੀ ਨਾਲ ਸਿਰ ਨੂੰ, ਗੁਰੇ ਉਸ ਨੂੰ ਆਖਦੇ ਤੈ ਲਈ ਸਿੱਖੀ ਵਾਸਤੇ ਕੁਝ। ਓਏ ਸਿੱਖਾ, ਸਭ ਕੁਝ ਸਿੱਖੀ ਵਾਸਤੇ ਮੰਗੀ ਜਾਂਦਾ ਹੈ, ਕੁਝ ਆਪਣੇ ਵਾਸਤੇ ਵੀ ਤਾਂ ਮੰਗ ਲੈ ਭਾਈ ਮਹਾ ਸਿੰਘ। ਉਹ ਮੰਗਤਾ ਕੀ ਆਪ ਸੀ, ਉਹ ਗੁਰਦਾਤੇ ਗੁਰੂ ਨੂੰ ਉਨ ਸੌਂਪ ਦਿੱਤਾ ਸੀ ਕਿ ਆਪਾ ਪੰਥ ਨੂੰ ਅਰ ਗੁਰੂ ਨੂੰ। ਉਹ ਆਖਦਾ ਹੈ ਗੁਰੂ ਦੇਵੋ ਦਾਨ ਮੈਨੂੰ ਅੰਤ ਨੂੰ, ਮੇਲ ਲੇਵੋ ਬਖਸ਼ ਲੇਵੋ ਪੰਥ। ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੇਰਾ ਪੰਥ, ਜਿਹੜੀ ਮੇਰੇ ਤੋਂ ਗਲਤੀ ਹੋ ਗਈ ਹੈ, ਬਸ ਮੈਨੂੰ ਬਖਸ਼ ਦਿਓ, ਬਖਸ਼ ਦਿਓ। ਅੱਗੇ ਗੁਰੂ ਜੀ ਕੀ ਕਹਿੰਦੇ ਨੇ ਭਾਈ ਵੀਰ ਸਿੰਘ ਜੀ ਦੀ ਕਲਮ ਤੋਂ? ਮੇਲ ਲਿੱਤੀ ਸਿੱਖ ਪਿਆਰੇ ਵਿਥ ਰਹੀ ਨਾ ਰਤਾ ਹੈ, ਤਨ ਸਿੱਖੀ ਤਨ ਸਿੱਖੀ ਤਨ ਸਿੱਖੀ। ਉਹ ਮਤਾ ਫਟ ਗਿਆ ਸਿੱਕਾ, ਉਹ ਮਤਾ ਫਟ ਗਿਆ। ਹੁਣ ਮਤਾ ਕਿਹੜਾ ਬਚਿਆ ਹੈ? ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਮਤਾ ਹੈ। ਸੰਗਤ ਜੀ ਅੱਗੇ ਵਧਣ ਦਾ ਮਨ ਨਹੀਂ ਕਰਦਾ, ਇਹੋ ਜੇ ਬਾਪੂ ਤੋਂ ਬਲਿਹਾਰ ਜਾਣ ਦਾ ਮਨ ਕਰਦਾ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਤੂੰ ਜਾਓ ਸੋਖਾ ਪਾਏ ਵਾਸਾ ਵਿੱਚ ਖਾਸ ਸਰੂਪ ਦੇ, ਸੱਚ ਖੰਡ ਵਾਸੀ ਹੋਏ ਪਿਆਰੇ ਦਰਸ਼ ਕਰ ਪ੍ਰਭ ਰੂਪ ਦੇ। ਤੂੰ ਮੇਲ ਲਿੱਤਾ ਟੁੱਟਿਆ ਨੂੰ, ਆਪ ਮਿਲਿਓ ਕੰਤ ਨੂੰ।
ਸਿੱਖਾਂ ਦਾ ਖੁਦ ਸੰਸਕਾਰ ਕੀਤਾ ਆਪਣੇ ਹੱਥਾਂ ਨਾਲ। ਹੈ ਅੱਜ ਸਿੱਖੀ ਅਸਾਂ ਪਾਸੇ ਨਜ਼ਰ ਮਿੱਤਰੋ ਆਪਦੀ, ਇਹ ਬਖਸ਼ ਸੀ ਇਸ ਸਿੱਖ ਦੀ ਜਿਨ ਗੁਰਪੁਰਬ ਦੇ ਆਨੰਦ ਦੇ ਜੋ ਅਸੀਂ ਭਾਗੇ ਹੋ ਰਹੇ, ਉਪਕਾਰ ਹੈ ਇਸ ਸਿੱਖ ਦਾ ਜਿਸ ਕਾਰਨੇ ਸਭ ਬਚ ਰਹੇ। ਸ਼ੁਕਰ ਇਸ ਦੀ ਆਤਮਾ ਦਾ ਕਰੋ ਸਾਰੇ ਖਾਲਸਾ, ਇਹ ਮਤ ਸਿੱਖੋ ਸਿੱਖ ਵਾਲੀ ਇਹੋ ਰੱਖੋ ਲਾਲਸਾ। ਮਿਲ ਆਪ ਗੁਰੂ ਮੇਲ ਲਈਏ ਵਿਛੜੇ ਗੁਰ ਤੋਂ ਜੋ ਰਹੇ। ਤਨ ਧਨ ਹੋਈਏ ਖਾਲਸਾ ਗੁਰ ਅਸਾਂ ਤਾਈ ਸਿੱਖ ਕਹੇ, ਧੰਨ ਹੋਏ ਖਾਲਸਾ ਗੁਰ ਅਸਾਂ ਤਾਈ ਸਿੱਖ ਕਹੇ। ਬਸ ਮਿਲ ਆਪ ਗੁਰ ਨੂੰ ਮੇਲ ਲਈਏ ਵਿਛੜੇ ਗੁਰ ਤੋਂ ਜੋ ਰਹੇ। ਥਿਓਰੀਟੀਕਲ ਵੇਖਿਆ ਸੀ ਬੇਦਾਵੇ ਕਿਵੇਂ ਫਾੜਨੇ ਨੇ, ਪ੍ਰੈਕਟੀਕਲੀ ਵੇਖਿਆ ਸਿੱਖ ਇਤਿਹਾਸ ਦੇ ਵਿੱਚੋਂ ਬੇਦਾਵੇ ਕਿਵੇਂ ਫਾੜੇ ਜਾਂਦੇ ਨੇ। ਜੇ ਅਸੀਂ ਵੀ ਕੋਈ ਵੀ ਅਵਗੁਣ ਹੋ ਗਿਆ, ਗੁਰਦੁਆਰਾ ਜੋ ਗੁਰੂ ਘਰ ਹੈਗਾ, ਗੁਰੂ ਘਰ ਨਹੀਂ ਮਾਫ ਕਰੇ ਹਜੇ ਪਰ ਚਲਤ, ਜੋ ਗੁਰੂ ਦਾ ਦੁਆਰ ਹੈਗਾ, ਜੋ ਗੁਰੂ ਹੈ ਉਹ ਬਖਸ਼ ਦਿੰਦਾ ਹੈ। ਜੇ ਅਸੀਂ ਵੀ ਬੇਦਾਵੇ ਲਿਖੇ ਹੋਏ ਨੇ ਸੰਗਤ ਜੀ, ਅਰਦਾਸ ਕਰੀਏ। ਅੱਜ ਅਰਦਾਸ ਹੋਣੀ ਹੈ, ਕੋਈ ਵੀ ਅਵਗੁਣ ਹੈ ਅਸੀਂ ਵੀ ਆਪਣੇ ਬੇਦਾਵੇ ਫਾੜ ਦਈਏ। ਜਿਨ੍ਹਾਂ ਨੇ ਕੇਸ਼ ਕਤਲ ਕੀਤੇ ਹੋਏ ਨੇ ਉਹ ਵਾਪਸ ਆ ਜਾਣ, ਜਿਨ੍ਹਾਂ ਨੇ ਖੰਡੇ ਦੀ ਪੋਲ ਨਹੀਂ ਲਿੱਤੀ ਉਹ ਅੰਮ੍ਰਿਤ ਛਕਣ, ਜਾਂ ਕੋਈ ਸੂਰਤ ਦੀ ਪੱਧਰ ਤੇ ਵਿਕਾਰੀ ਹੋਇਆ ਪਿਆ ਹੈ, ਕੋਈ ਗੱਲ ਨਹੀਂ, कोई गाल नहीं। मान करो तुद ऊपरे मेरे प्रीतम प्यारे, हम अपराधी सद पुलते तुम बख्शन हारे। ओ बख्श लेंदा है संगत जी। बेदावे अज असी भी सब ने अपने अंदर चाती मारनी है, असी बेदावे खुद फड़वा के जाने हैं मेरे समेत। सो इन्नियां को बेनतियां परवान करनियां। आओ आनंद साहब दा हुण पाठ होएगा। गज वज के फतेह बुलाओ जी। आखो जी वाहिगुरु जी का खालसा वाहिगुरु जी। ਤੇ ਸੰਗਤ ਜੀ ਇਹ ਜ਼ਰੂਰ ਸੰਭਾਲ ਕੇ ਰੱਖਿਓ, ਰੋਜ਼ਾਨਾ ਪੜਿਆ ਕਰੋ। ਜਦੋਂ ਵੀ ਕੋਈ ਗਲਤੀ ਤੁਹਾਨੂੰ ਲੱਗੇ ਕਿ ਮੈਂ ਇਹ ਗਲਤੀ ਕੀਤੀ ਹੈ, ਇਹ ਪੜ ਲਿਆ ਕਰੋ ਇੱਕ ਵਾਰੀ, ਤੇ ਆਪਣੇ ਬੇਦਾਵੇ ਰੋਜ਼ ਫਾੜੋ। ਪਤਾ ਨਹੀਂ ਕਿੰਨੇ ਬੇਦਾਵੇ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਲਿਖ ਚੁੱਕੇ ਹਾਂ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈ। ਸ਼ਬਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰਨਾ।
पाए सरस पूरे गुर दे जानी। सुनते पुनित कहते पवित्र सतगुर रहया भरपूरे। बिनवंत नानक गुर चरण लागे वाजे अनहद तुरे सलोक कमल गुरु पाणी पिता माता तरत महात। दिवस रात सोए दाई दाया खेले सगल जगत। चंगियाइयां बुरियाइयां वाचै कर्म हजूर। कर्मी आपो आपनी के नेड़े के दूर। जिनी नाम ते आया गए मसक्कत काल। नानक दे मुख उजले खेती छुट्टी नाल। जिनी नाम ते आया गए मशक्कत काल। नानक दे मुख उजले खेती छुट्टी नाल। वाहेगुरु वाहिगुरु जी का खालसा वाहिगुरु जी की फतेह। तू ठाकुर तुम सगल समगरी तुमरे सूत्रधारी। तुमरी गत मित तुम ही जानी।